ਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸੰਧਿਆ ਪਈ ਵਿਖਣਾ ਕੁਮਾਰ। ਪੰਜ ਵੀਰ ਮੁਰਤੀ ਤਾਪ ਜਨ ਕਾ ਨਾਮ ਸੁਨਾਇ। ਸੰਧਿਆ ਪਈ ਵਿਖਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਭਾਈ ਸਾਹਿਬ ਜੀ ਕੀਰਤਨ ਦੇ ਰਾਹੀਂ ਕਲਗੀਧਰ ਪਾਤਸ਼ਾਹ ਜੀ ਦੀ ਰਸਨਾ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕਰਵਾ ਰਹੇ ਸਨ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਇਹ ਬਚਨ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਖਾਲਸੇ ਦੀ ਮਹਿਮਾ ਵਿੱਚ ਉਚਾਰਨ ਕੀਤੇ ਹਨ। ਸਤਿਗੁਰੂ ਅੱਤ ਦੀ ਨਿਮਰਤਾ ਵਿੱਚ ਆ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਵੀ ਮੈਂ ਇਸ ਖਾਲਸੇ ਦੀ ਬਦੌਲਤ ਸਜਿਆ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਪਏ ਸਨ। ਇਹ ਨਿਮਰਤਾ ਹੈ ਗੁਰੂ ਸਾਹਿਬ ਜੀ ਦੀ। ਜਿਵੇਂ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਵੀ ਰਹਿਰਾ ਸਾਹਿਬ ਜੀ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਸਤਿਗੁਰਾਂ ਨੇ ਜਪ ਵੀ ਕੀਤਾ, ਤਪ ਵੀ ਕੀਤਾ, ਸੰਜਮ ਵੀ ਰੱਖਿਆ, ਧਰਮ ਵੀ ਕਵਾਇਆ, ਪਰ ਨਿਮਰਤਾ ਹੈ ਗੁਰੂ ਸਾਹਿਬ ਜੀ ਦੀ। ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਿਵੇਂ ਗਰੀਬ ਨਵਾਜ ਸਾਹਿਬ ਜੀ ਅੱਤ ਦੀ ਨਿਮਰਤਾ ਵਿੱਚ ਆ ਕਰਕੇ ਸਤਿਗੁਰੂ ਜੀ ਗੁਰਸਿੱਖਾਂ ਦੀ ਵੀ ਚਰਨ ਧੂੜੀ ਮੰਗ ਲੈਂਦੇ। ਗੁਰਸਿੱਖ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਮੰਗਦੇ ਹੀ ਆ। ਗੁਰਸਿੱਖਾਂ ਦੀ ਤਾਂ ਬੇਨਤੀ ਹੈ ਹੀ ਆ ਕਿ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ।
ਪਰ ਸਤਿਗੁਰੂ ਜੀ ਦੀ ਨਿਰਮਾਣਤਾ ਕੈਸੀ ਆ ਵੀ ਮਹਾਰਾਜ ਵੀ ਕਹਿ ਦਿੰਦੇ ਆ, ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀਗਤ ਪਾਹੇ। ਜਾਂ ਉਚਾਰਦੇ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਮਹਾਰਾਜ ਕਹਿੰਦੇ ਜਿਹੜਾ ਸਾਡਾ ਗੁਰਸਿੱਖ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ, ਅਸੀਂ ਵੀ ਉਹਦੀ ਚਰਨ ਧੂੜੀ ਮੰਗਦੇ। ਕੈਸੀ ਅਸਚਰਜ ਖੇਡ ਹੈ। ਕਦੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੰਸਾਰ ਨੇ ਆਖਿਆ ਵੀ ਉਲਟੀ ਗੰਗਾ ਵਗ ਗਈ, ਉਲਟੀ ਗੰਗਾ। ਗੁਰਬਾਣੀ ਦਾ ਬਚਨ ਹੈ, ਉਲਟੀ ਗੰਗ ਵਹਾਏ ਓਣ ਦੁਨਿਆਈ ਆਖੈ ਕਿ ਕਿਉਨ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਸੇਵਕ, ਆਪਣੇ ਚੇਲੇ ਬਾਬਾ ਲਹਿਣਾ ਜੀ ਦੇ ਚਰਨਾਂ ਤੇ ਮੱਥਾ ਟੇਕਤਾ ਸੀ, ਗੁਰਤਾ ਗੱਦੀ ਦਾ ਤਖਤ ਦਿੰਦਿਆਂ ਹੋਇਆਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ ਬਚਨ ਅੰਕਿਤ ਹਨ, ਗੁਰ ਚੇਲੇ ਰਹਿਰਾਸ ਕੀ। ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚੇਲੇ ਸ੍ਰੀ ਬਾਬਾ ਲਹਿਣਾ ਜੀ ਨੂੰ ਨਮਸਕਾਰ ਕੀਤੀ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦਾ ਸਹਿ ਟਿੱਕਾ ਦਿੱਤੋਸ ਜੀਵਦਾ। ਗੁਰਿਆਈ ਦਾ ਟਿੱਕਾ ਮਹਾਰਾਜ ਸਾਹਿਬ ਜੀ ਨੇ ਦਿੱਤਾ, ਕਿਉਂਕਿ ਅੱਜ ਜਿਹੜਾ ਪ੍ਰਕਰਨ ਵਾਲਿਆ ਇਹਦੇ ਵਿੱਚ ਟਿੱਕੇ ਦੀ ਗੱਲ ਹੋਣੀ ਹੈ। ਖਾਲਸੇ ਨੂੰ ਮਹਾਰਾਜ ਚਮਕੌਰ ਵਿੱਚ ਵਡਿਆਈ ਦੇ ਰਹੇ ਤੇ ਭਾਈ ਸਾਹਿਬ ਜੀ ਸ਼ਬਦ ਸਰਵਣ ਕਰਵਾ ਰਹੇ ਸਨ ਵੀ ਦਸ਼ਮੇਸ਼ ਪਾਤਸ਼ਾਹ ਜੀ ਕਹਿ ਰਹੇ ਆ ਖਾਲਸੇ ਦੀ ਮਹਿਮਾ ਵਿੱਚ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਨਿਮਰਤਾ ਹੈ ਗੁਰੂ ਸਾਹਿਬ ਜੀ ਦੀ। ਕਦੀ 1699 ਈਸਵੀ 1756 ਬਿਕਰਮੀ ਸੰਮਤ ਦੀ ਵਿਸਾਖੀ ਨੂੰ ਖਾਲਸੇ ਦੀ ਸਾਜਣਾ ਕੀਤੀ ਸੀ। 5 ਸਿੱਖਾਂ ਦੇ ਸੀਸ ਲਏ, 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, 5 ਨੂੰ ਸੁਰਜੀਤ ਕੀਤਾ, 5 ਨੂੰ 5 ਕਕਾਰੀ ਬਾਣਾ ਬਖਸ਼ਿਆ ਤੇ ਮਹਾਰਾਜ ਨੇ ਅੰਮ੍ਰਿਤ ਛਕਾਇਆ। ਤੇ ਫਿਰ ਕਿਹਾ ਸੀ ਵੀ ਤੁਸੀਂ ਵੀ ਹੁਣ ਇਸੇ ਤਰ੍ਹਾਂ ਬਣਾ ਕੇ ਅੰਮ੍ਰਿਤ ਸਾਨੂੰ ਵੀ ਛਕਾਓ। ਫਿਰ 5 ਨੇ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਕਲਗੀਧਰ ਪਾਤਸ਼ਾਹ ਨੂੰ ਛਕਾਇਆ ਉਸੇ ਮਰਿਆਦਾ ਅਨੁਸਾਰ ਹੀ। ਤੇ ਫਿਰ ਭਾਈ ਗੁਰਦਾਸ ਸਿੰਘ ਨੇ ਕਹਿ ਦਿੱਤਾ, ਵਹਿ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪ ਗੁਰੂ ਵੀ ਆ ਤੇ ਆਪ ਚੇਲਾ ਹੀ। ਨਹੀਂ ਤੇ ਸੰਸਾਰ ਤੇ ਜਿਹੜਾ ਗੁਰੂ ਹੋਇਆ ਗੁਰੂ ਹੀ ਰਿਹਾ ਵਾ, ਜਿਹੜਾ ਚੇਲਾ ਸੀ ਉਹ ਚੇਲਾ ਹੀ ਰਿਹਾ। ਮੁਰਸ਼ਦ ਮੁਰਸ਼ਦ ਹੀ ਰਿਹਾ ਵਾ, ਮੁਰੀਦ ਮੁਰੀਦ ਹੀ ਰਿਹਾ ਵਾ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹ ਅਨੋਖੀ ਅਸਚਰਜ ਗਾਥਾ ਹੈ ਕਿ ਇੱਥੇ ਗੁਰੂ ਸਾਹਿਬ ਚੇਲੇ ਵੀ ਬਣੇ, ਆਪਣੇ ਸਿੱਖਾਂ ਨੂੰ ਏਡੀ ਵਡਿਆਈ ਦੇ ਦਿੱਤੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤਾਂ ਸਤਿਗੁਰੂ ਜੀ ਨੇ ਸਭ ਕੁਝ ਆਖਿਆ ਵੀ ਇਸ ਖਾਲਸੇ ਦੀ ਬਦੌਲਤ ਇੰਨਾ ਮਾਣ, ਇੰਨਾ ਸਨਮਾਨ, ਇੰਨੀਆਂ ਬਖਸ਼ਿਸ਼ਾਂ ਆਪਣੇ ਖਾਲਸੇ ਨੂੰ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਦਿੱਤੀਆਂ। ਔਰ ਸਾਧ ਸੰਗਤ ਜੀ, ਅੱਜ 6 ਪੋਹ ਦਾ ਦਿਨ ਹੈ। 6 ਪੋਹ ਦੇ ਦਿਨ ਦਾ ਇਤਿਹਾਸ ਆਪਾਂ ਪਿਛਲੇ ਪ੍ਰਕਰਨਾਂ ਵਿੱਚ ਉਂਝ ਪੜ੍ਹ ਕੇ ਆਏ ਹਾਂ। ਅੱਜ ਦੀ ਜਿਹੜੀ ਰਾਤ ਹੈ ਆਉਣ ਵਾਲੀ, ਕੱਲ੍ਹ ਨੂੰ 7 ਪੋਹ ਚੜ੍ਹਨਾ ਹੈ। ਇਹ 6 ਪੋਹ ਦੀ ਰਾਤ ਨੂੰ ਮਹਾਰਾਜ ਸਾਹਿਬ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਸੀ। ਅੱਜ ਜਿਹੜੀ ਰਾਤ ਆਉਣੀ, ਇਸ ਰਾਤ ਨੂੰ ਆਨੰਦਪੁਰ ਸਾਹਿਬ ਮਹਾਰਾਜ ਨੇ ਛੱਡਿਆ। ਉਹ ਸਾਰੀ ਗਾਥਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਜੋ ਲੜੀਵਾਰ ਇਤਿਹਾਸ ਹੈ ਇਸ ਸਥਾਨ ਤੇ 3 ਕੁ ਦਿਨ ਦਾ ਜਿਹੜਾ ਇਹ ਇਤਿਹਾਸ ਅੱਗੇ ਚੱਲ ਰਿਹਾ, ਜਿਹੜੇ ਹੁਣ ਦਿਨ ਚੱਲ ਰਹੇ ਆ ਵੀ ਅੱਜ 6 ਪੋਹ ਆ ਤੇ 8 ਪੋਹ ਦੀ ਸ਼ਾਮ ਦਾ ਇਤਿਹਾਸ ਚੱਲ ਰਿਹਾ ਵੀ 8 ਪੋਹ ਦਾ ਸਾਰਾ ਦਿਨ ਚਮਕੌਰ ਦੀ ਗੜੀ ਚੋਂ ਸਿੰਘ ਬਾਹਰ ਨਿਕਲ ਕਰਕੇ ਜੰਗ ਕਰਦੇ ਰਹੇ। ਤਾਂ ਫਿਰ ਜਦੋਂ ਸ਼ਾਮਾਂ ਪੈ ਗਈਆਂ, ਉਹ ਸ਼ਾਮਾਂ ਕਿਸ ਤਰ੍ਹਾਂ ਦੀਆਂ ਸੀ, ਇੱਥੋਂ ਇਤਿਹਾਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰੀਏ। 8 ਪੋਹ ਦੀਆਂ ਸ਼ਾਮਾਂ ਪੈ ਚੁੱਕੀਆਂ ਵਾ ਤੇ ਸਾਰਾ ਦਿਨ ਜੰਗ ਹੁੰਦਾ ਰਿਹਾ ਤੇ ਉਸ ਜੰਗ ਦੇ ਵਿੱਚ 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋ ਗਏ। ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ। ਬਾਕੀ ਸਿੰਘ ਸ਼ਹੀਦ ਹੋਏ ਆ, 5 ਮੁਕਤੇ ਸ਼ਹੀਦ ਹੋਏ ਆ 8 ਪੋਹ ਦੇ ਜੰਗ ਵਿੱਚ।
ਗੁਰੂ ਕੇ ਦੋਵੇਂ ਸਾਹਿਬਜ਼ਾਦੇ ਵੱਡੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਸ਼ਹੀਦ ਹੋਏ ਆ। 40 ਸਿੰਘ ਸੀ ਮਹਾਰਾਜ ਸਾਹਿਬ ਜੀ ਦੇ ਪਾਸ, ਜੇ 40 ਦੇ ਵਿੱਚੋਂ 35 ਸ਼ਹੀਦ ਹੋ ਚੁੱਕੇ ਆ ਤੇ 5 ਹੀ ਗੜੀ ਵਿੱਚ ਬਾਕੀ ਆ। ਤੇ 6ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆ। 8 ਪੋਹ ਦੀ ਸ਼ਾਮ ਨੂੰ 5 ਸਿੰਘ ਤੇ 6ਵੇਂ ਆਪ ਕਲਗੀਆਂ ਵਾਲੇ ਪਾਤਸ਼ਾਹ। ਉਹ 5 ਸਿੰਘ ਕਿਹੜੇ ਆ? ਇੱਕ ਪਿਆਰੇ ਦਇਆ ਸਿੰਘ ਜੀ ਹਨ, ਇੱਕ ਪਿਆਰੇ ਧਰਮ ਸਿੰਘ ਜੀ ਹਨ, ਤੀਸਰੇ ਭਾਈ ਮਾਨ ਸਿੰਘ ਜੀ ਹਨ, ਚੌਥੇ ਭਾਈ ਸੰਤ ਸਿੰਘ ਜੀ ਹਨ ਤੇ 5ਵੇਂ ਭਾਈ ਸੰਗਤ ਸਿੰਘ ਜੀ ਆ। ਇਹ 5 ਸਿੰਘ ਹੁਣ ਗੜੀ ਦੇ ਵਿੱਚ ਆ ਮਹਾਰਾਜ ਦੇ ਪਾਸ। ਤਾਂ ਇੱਥੋਂ 8 ਪੋਹ ਦੀ ਸ਼ਾਮ ਪੈ ਚੁੱਕੀ ਆ ਤਾਂ ਇਤਿਹਾਸ ਦੀ ਆਰੰਭਤਾ ਹੁੰਦੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਇੱਕ ਅੱਖਰ ਬੜੇ ਗਹੁ ਨਾਲ ਵਿਚਾਰਨ ਵਾਲਾ ਹੈ ਤੇ ਆਪਣੇ ਅੰਦਰ ਲਿਜਾਣ ਵਾਲਾ ਹੈ। ਕਵੀ ਜੀ ਲਿਖਦੇ, ਸੰਧਿਆ ਭਈ ਵਿਭੀਖਣਾ। ਸੰਧਿਆ ਦਾ ਸਮਾਂ ਹੋ ਗਿਆ, 8 ਪੋਹ ਦੀ ਸ਼ਾਮ ਪੈ ਗਈ ਆ, 8 ਪੋਹ ਦੀ ਸੰਧਿਆ ਹੋ ਗਈ ਹੈ ਤੇ ਪਰ ਸੰਧਿਆ ਭਈ ਵਿਭੀਖਣਾ ਨਾਮ ਬੜੀ ਭਿਆਨਕ, ਬਹੁਤ ਭਿਆਨਕ ਸੰਧਿਆ ਵਾ, ਬੜੀ ਡਰਾਉਣੀ ਸੰਧਿਆ ਵਾ। ਇਹਨੂੰ ਵਿਭੀਖਣਾ ਕਿਉਂ ਆਖਿਆ? ਪਤਾ ਕਿਉਂ ਆਖਿਆ ਹੈ? ਜਿੱਥੇ ਆਪਾਂ ਰਹਿੰਦੇ ਹਾਂ ਨਾ, ਜਿਸ ਨਗਰ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ, ਤੇ ਸਾਡੇ ਨਗਰ 'ਚ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਨਾ, ਇੱਕ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਸਾਰੇ ਨਗਰ ਦੇ ਵਿੱਚ ਸੋਕ ਪੈਦਾ ਹੋ ਜਾਂਦਾ ਹੈ। ਇੱਕ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦਾ ਸੰਸਕਾਰ ਕਰਕੇ ਆਉਂਦਾ ਹੈ ਤੇ ਸਾਰਾ ਪਿੰਡ ਸੋਕ ਵਿੱਚ ਡੁੱਬਾ ਹੁੰਦਾ ਹੈ। ਇੱਕ ਦਿਨ ਹੀ ਨਹੀਂ ਸੋਕ ਹੁੰਦਾ, ਕਿੰਨੇ ਦਿਨ ਤੀਕ ਉਸ ਤਰ੍ਹਾਂ ਦਾ ਮਾਹੌਲ ਰਹਿੰਦਾ। ਤੇ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੀਕ ਜੰਗ ਹੁੰਦਾ ਰਿਹਾ ਵਾ ਤੇ 35 ਸਿੰਘ ਸ਼ਹੀਦ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਦੇ 2 ਪੁੱਤਰ ਸ਼ਹੀਦ ਹੋਏ ਆ ਤੇ ਬਾਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਤੁਰਕਾਂ ਦੀ ਫੌਜ ਵੀ ਇੱਥੇ ਮਾਰੀ ਗਈ ਤੇ ਜਿੱਥੇ 70 ਵਿਛੇ ਪਏ ਆ, ਲਾਸ਼ਾਂ ਤੇ ਲਾਸ਼ਾਂ ਚੜੀਆਂ ਪਈਆਂ ਵਾ, ਖੂਨ ਡੁੱਲਿਆ ਪਿਆ ਵਾ, ਸਰੀਰਾਂ ਦੀਆਂ ਬੋਟੀਆਂ ਖਿਲਰੀਆਂ ਪਈਆਂ ਵਾ, ਟੁਕੜੇ ਟੁਕੜੇ ਹੋਏ ਪਏ ਆ। ਉਹ ਸ਼ਾਮ ਵਿਭੀਖਣਾ ਕਿਉਂ ਨਾ ਹੋਵੇਗੀ? ਉਹ ਸੰਧਿਆ ਭਿਆਨਕ ਕਿਉਂ ਨਾ ਹੋਵੇਗੀ? ਇਸ ਕਰਕੇ ਕਵੀ ਜੀ ਕਹਿੰਦੇ, ਸੰਧਿਆ ਭਈ ਵਿਭੀਖਣਾ, ਬੜੀ ਭਿਆਨਕ ਸੰਧਿਆ ਹੋਈ ਹੈ। ਬੋਲਤ ਬ੍ਰਿੰਦ ਗੁਮਾਏ, ਸੂਰਜ ਅਸਤ ਹੋ ਗਿਆ ਵਾ 8 ਪੋਹ ਦੀ ਸ਼ਾਮ ਨੂੰ ਤੇ ਫਿਰ ਗਿੱਦੜਾਂ ਦੇ ਬੋਲਣ ਦੀ ਆਵਾਜ਼ ਆ ਰਹੀ ਹੈ। ਬਹੁਤ ਜ਼ਿਆਦੇ ਗੁਮਾਏ ਨਾਮ ਗਿੱਦੜਾਂ ਦਾ, ਬ੍ਰਿੰਦ ਨਾਮ ਬਹੁਤਿਆਂ ਦਾ। ਬਹੁਤੇ ਗਿੱਦੜ ਬੋਲ ਰਹੇ ਆ, ਗਿੱਦੜਾਂ ਦੇ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪੰਜ ਵੀਰ ਤੀਰ ਤਪ ਤਿਨ ਤਪ ਕਾ ਤਿਨ ਕਾ ਨਾਮ ਸੁਨਾਏ। ਤੇ 5 ਸੂਰਬੀਰ ਵਾ। ਗੁਰ ਤੀਰ, ਤੀਰ ਨਾਮ ਹੈ ਪਾਸ ਦਾ, ਗੁਰੂ ਸਾਹਿਬ ਦੇ ਨੇੜੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਉਸ ਵੇਲੇ 5 ਸੂਰਬੀਰ ਵਾ। 3 ਕਵ ਨਾਮ ਸੁਨਾਏ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਹੁਣ ਕਵੀ ਉਹਨਾਂ ਦੇ ਨਾਮ ਸੁਣਾਉਂਦਾ ਵਾ, ਕਿਹੜੇ 5 ਸੂਰਮੇ ਗੁਰੂ ਗੋਬਿੰਦ ਸਿੰਘ ਦੇ ਪਾਸ ਹਨ। ਸੋਈਆ ਸ਼ੰਤ ਦਇਆ ਸਿੰਘ ਧਰਮ ਸਿੰਘ ਜੀ, ਮਾਨ ਸਿੰਘ ਜੀ, ਤੀਜੋ ਬਲਬੀਰ। ਪਿਆਰੇ ਦਇਆ ਸਿੰਘ ਜੀ ਹਨ ਇੱਕ ਸੂਰਮੇ, ਦੂਜੇ ਹਨ ਪਿਆਰੇ ਧਰਮ ਸਿੰਘ ਜੀ, ਤੀਜੇ ਆ ਭਾਈ ਮਾਨ ਸਿੰਘ ਜੀ, ਤੀਜੋ ਬਲਬੀਰ। ਇਹ ਤਿੰਨੇ ਹੀ ਬਰ ਕਹੀਏ, ਸ੍ਰੇਸ਼ਟ ਵੀਰ ਕਹੀਏ, ਸੂਰਬੀਰ ਹਨ, ਬਹਾਦਰ ਹਨ। ਸੰਗਤ ਸਿੰਘ ਸੰਤ ਸਿੰਘ ਪੰਚਮ, ਤਿਨੋਂ ਮਿਠਾਇਓ ਕਰ ਧੀਰ। ਤੇ ਚੌਥੇ ਸਿੰਘ ਵਾ ਭਾਈ ਸੰਗਤ ਸਿੰਘ ਜੀ, 5ਵੇਂ ਭਾਈ ਸੰਤ ਸਿੰਘ ਜੀ। ਇਹ 5 ਸੂਰਬੀਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ। ਇਹਨਾਂ ਨੂੰ
ਉਸ ਵੇਲੇ ਪੰਜਾਂ ਨੂੰ ਹੀ ਤਿੰਨੋਂ ਬਿਠਾਇਓ ਦੇ ਕਰ ਧੀਰ। ਧੀਰਜ ਦੇ ਕਰਕੇ ਪੰਜਾਂ ਨੂੰ ਮਹਾਰਾਜ ਨੇ ਆਪਣੇ ਪਾਸ ਬਿਠਾ ਲਿਆ ਸਤਿਗੁਰੂ ਜੀ ਨੇ, ਕਿਉਂਕਿ ਇਹਨਾਂ ਪੰਜਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ। ਪਿਛਲੇ ਪ੍ਰਸੰਗ ਵਿੱਚ ਆਪਾਂ ਕੱਲ ਸਰਵਣ ਕੀਤਾ ਸੀ ਵੀ ਕਲਗੀਆਂ ਵਾਲੇ ਪਾਤਸ਼ਾਹ, ਸਾਡੀ ਬੇਨਤੀ ਆ ਕਿ ਤੁਸੀਂ ਹੁਣ ਜੰਗ ਨਹੀਂ ਕਰਨਾ, ਤੁਸੀਂ ਇਸ ਥਾਂ ਤੋਂ, ਇਹ ਜੰਗ ਤੋਂ ਮਹਾਰਾਜ ਚਲੇ ਜਾਓ, ਇਸ ਗੜੀ ਚੋਂ ਨਿਕਲ ਜਾਓ, ਦੁਸ਼ਮਣ ਦੀ ਫੌਜ ਵਿੱਚੋਂ ਨਿਕਲ ਜਾਓ, ਆਪ ਜੀ ਜੰਗ ਨਹੀਂ ਕਰੋਗੇ। ਅਸੀਂ ਆਪ ਜੀ ਦੇ ਸਿੱਖ ਸੇਵਕ ਖਾਲਸਾ, ਅਸੀਂ ਚਾਹੁੰਦੇ ਹਾਂ ਕਿ ਆਪ ਜੀ ਦਾ ਸਰੀਰ ਸਲਾਮਤ ਰਵੇ, ਕਿਉਂਕਿ ਤੁਸੀਂ ਸਾਡੇ ਵਰਗੇ ਲੱਖਾਂ ਸਿੰਘ ਪੈਦਾ ਕਰ ਲਓਗੇ, ਜਿੱਥੇ ਵੀ ਜਾਓਗੇ ਸਾਡੇ ਵਰਗੇ ਲੱਖਾਂ ਬਣਾ ਲਓਗੇ। ਤੇ ਸਾਡੀ ਬੇਨਤੀ ਹੈ ਮਹਾਰਾਜ, ਆਪ ਜੀ ਇੱਥੋਂ ਸਲਾਮਤ ਚਲੇ ਜਾਓ, ਆਪ ਜੀ ਜੰਗ ਨਹੀਂ ਕਰੋਗੇ। ਹੁਣ ਮਹਾਰਾਜ ਸਾਹਿਬ ਜੀ ਨੇ ਫਿਰ ਇਹਨਾਂ ਸਿੰਘਾਂ ਦੀ ਕੀਤੀ ਹੋਈ ਬੇਨਤੀ, ਕਿਉਂਕਿ ਖਾਲਸੇ ਨੂੰ ਮਹਾਰਾਜ ਨੇ ਵਡਿਆਈ ਦਿੱਤੀ ਵੀ ਗੁਰੂ ਖਾਲਸਾ, ਖਾਲਸਾ ਗੁਰੂ ਹੈ। ਗੁਰੂ ਦੇ ਵਿੱਚ ਤੇ ਖਾਲਸੇ ਵਿੱਚ ਫਰਕ ਕੋਈ ਨਹੀਂ। ਇਹਨਾਂ ਪੰਜਾਂ ਸਿੰਘਾਂ ਨੇ ਜਦੋਂ ਆਖਿਆ ਤੇ ਮਹਾਰਾਜ ਨੇ ਇਹਨਾਂ ਦਾ ਬਚਨ ਮੰਨਿਆ। ਪਰ ਗਰੀਬ ਨਵਾਜ ਸਾਹਿਬ ਜੀ ਜਾਣ ਤੋਂ ਪਹਿਲਾਂ ਇਹਨਾਂ ਪੰਜਾਂ ਸਿੰਘਾਂ ਨੂੰ ਇੱਥੇ ਵਡਿਆਈ ਦੇਣ ਲੱਗੇ। ਇਸ ਕਰਕੇ ਪੰਜਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਪਾਸ ਧੀਰਜ ਦੇ ਕੇ ਬਿਠਾਇਆ ਹੈ। ਪੰਜੇ ਸਿੰਘਾਂ ਦੇ ਸੋਹਣੇ ਸਰੀਰ ਸੋਭ ਰਹੇ ਆ ਉੱਥੇ, ਤੇ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਪੰਜਾਂ ਸਿੰਘਾਂ ਨੂੰ, ਖਾਲਸੇ ਨੂੰ ਗੁਰਤਾ ਅਰਪਣ ਕਰਨ ਲੱਗੇ। ਕਵੀ ਜੀ ਨੇ ਗੁਰਤਾ ਅੱਖਰ ਵਰਤਿਆ, ਗੁਰਤਾ ਗੱਦੀ ਦੇਣ ਲੱਗੇ ਆਪਣੇ ਖਾਲਸੇ ਨੂੰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਇਮਾਨ ਕੀਤੀ ਹੈ। ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜਾ ਕੇ, ਮਹਾਰਾਸ਼ਟਰ ਦੀ ਧਰਤੀ ਤੇ ਨੰਦੇੜ ਦੇ ਵਿੱਚ, ਪਰ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪਣੀ ਜੁਗਤ ਖਾਲਸੇ ਦੇ ਵਿੱਚ ਰੱਖੀ ਹੈ। ਜਿਹੜਾ ਆਪਣਾ ਇਹ ਸਰੀਰਕ ਬਾਣਾ ਹੈ ਉਹ ਆਪਣੇ ਖਾਲਸੇ ਨੂੰ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੁਰਿਆਈ ਦਿੱਤੀ ਹੈ ਤੇ ਖਾਲਸੇ ਨੂੰ ਵੀ ਗੁਰਿਆਈ ਦਿੱਤੀ ਹੈ ਮਹਾਰਾਜ ਸਾਹਿਬ ਜੀ ਨੇ। ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਅੰਮ੍ਰਿਤ ਛਕਾਇਆ ਸੀ, ਉਦੋਂ ਵੀ ਬਚਨ ਕਹੇ ਸੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪੰਜਾਂ ਸਿੰਘਾਂ ਨੂੰ ਉਸ ਵੇਲੇ ਵੀ ਵਡਿਆਈ ਦਿੱਤੀ ਵੀ ਪਹਿਲੋਂ ਪੰਜਾਂ ਨੂੰ ਆਪ ਅੰਮ੍ਰਿਤ ਛਕਾਇਆ, ਫਿਰ ਪੰਜਾਂ ਤੋਂ ਆਪ ਛਕਿਆ। ਸਾਰੀ ਮਹਾਰਾਜ ਸਾਹਿਬ ਜੀ ਨੇ ਰਹਿਤ ਮਰਿਆਦਾ ਪ੍ਰਪੱਕ ਕੀਤੀ। ਇਸੇ ਤਰ੍ਹਾਂ ਹੀ ਹੁਣ ਚਮਕੌਰ ਦੀ ਗੜੀ ਦੇ ਵਿੱਚ ਗਰੀਬ ਨਵਾਜ ਸਾਹਿਬ ਜੀ ਆਪਣਾ ਬਾਣਾ, ਆਪਣੀ ਕਲਗੀ ਜਿਗਾ ਤੇ ਸਤਿਗੁਰੂ ਸਾਹਿਬ ਜੀ ਆਪਣੇ ਖਾਲਸੇ ਨੂੰ ਸੌਂਪਣ ਲੱਗੇ ਆ, ਖਾਲਸੇ ਨੂੰ ਗੁਰਿਆਈ ਦੇਣ ਲੱਗੇ ਹਨ। ਕਵੀ ਜੀ ਕਹਿੰਦੇ ਗੁਰਤਾ ਅਰਪਣ ਲੱਗੇ ਖਾਲਸੇ। ਮਹਾਰਾਜ ਸਾਹਿਬ ਜੀ ਖਾਲਸੇ ਨੂੰ ਗੁਰਤਾ ਅਰਪਣ ਲੱਗੇ ਹਨ, ਆਪਣੀ ਬਖਸ਼ਿਸ਼ ਕਰਨ ਲੱਗੇ ਹਨ। ਪੰਜੇ ਸਿੰਘਾਂ ਦੇ ਸਰੀਰ ਸੋਭਾ ਪਾ ਰਹੇ ਹਨ। ਗਰੀਬ ਨਵਾਜ ਨੇ ਫਿਰ ਪੰਜਾਂ ਸਿੰਘਾਂ ਦੀ ਮਹਿਮਾ ਕੀਤੀ ਉੱਥੇ ਪੰਜਾਂ ਦੇ ਸਾਹਮਣੇ। ਸਤਿਗੁਰੂ ਕਹਿਣ ਲੱਗੇ, ਪੰਚਹੁ ਮੈਂ ਨਿਤ ਵਰਤਤ ਮੈਂ ਹਉ। ਪੰਜਾਂ ਸਿੰਘਾਂ ਦੇ ਵਿੱਚ ਨਿਤਾ ਪ੍ਰਤੀ ਮੈਂ ਵਰਤਦਾ ਹਾਂ। ਜਿੱਥੇ ਪੰਜ ਮਿਲਣਗੇ, ਪੰਜ ਸਿੰਘ, ਉਹ ਪੀਰਾਂ ਦੇ ਪੀਰ ਹੋਣਗੇ, ਉਹਨਾਂ ਤੋਂ ਵੱਡਾ ਪੀਰ ਹੀ ਕੋਈ ਨਹੀਂ। ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਆਖਿਆ ਉਹ ਪੀਰਾਂ ਦੇ ਪੀਰ ਹੋਣਗੇ। ਪੰਚ ਮਿਲਹਿ ਸੇ ਪੀਰਨ ਪੀਰ, ਸਭ ਪੀਰਾਂ ਦੇ ਵੱਡੇ ਪੀਰ ਹਨ ਪੰਜ ਸਿੰਘ, ਕਿਉਂਕਿ ਪੰਜਾਂ ਦੇ ਵਿੱਚ ਮੇਰਾ ਵਾਸਾ ਹੈ। ਉਹ ਕਿਹੜਿਆਂ ਪੰਜਾਂ ਦੇ ਵਿੱਚ ਵਾਸਾ? ਮਹਾਰਾਜ ਨੇ ਆਖਿਆ ਜਿਹੜੇ ਪੰਜ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ ਵਿੱਚ ਰਹਿਣਗੇ, ਗੁਰੂ ਕੀ ਰਹਿਣੀ ਵਿੱਚ ਰਹਿਣਗੇ। ਉਸ ਨੂੰ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੱਖਾਂ ਨੇ ਰਹਿਤਨਾਮਿਆਂ 'ਚ ਇਸ ਤਰ੍ਹਾਂ ਬਚਨ ਆਉਂਦੇ ਹਨ ਵੀ ਕਲਗੀਧਰ ਪਾਤਸ਼ਾਹ ਨੇ ਆਖਿਆ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਰਹਿਤ ਵਿੱਚ ਰਹਿੰਦਾ,
ਤੇ ਪੰਜਾਂ ਦੀ ਇਹ ਮਰਿਆਦਾ ਹੈ। ਸਤਿਗੁਰੂ ਕਹਿੰਦੇ ਪੰਜਾਂ ਵਿੱਚ ਮੇਰਾ ਵਾਸਾ ਹੋਵੇਗਾ, ਪੰਜਾਂ ਵਿੱਚ ਮੈਂ ਵਸਾਂਗਾ। ਜਿਹੜੇ ਪੰਜ ਬਾਣੀਆਂ ਦੇ ਨਿਤਨੇਮੀ ਹੋਣਗੇ, ਪੰਜਾਂ ਕਕਾਰਾਂ ਦੇ ਧਾਰਨੀ ਹੋਣਗੇ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਰਹਿਣਗੇ ਤੇ ਬੱਜਰ ਪ੍ਰੈਤਾਂ ਦਾ ਤਿਆਗ ਕਰਨਗੇ, ਨਾਮ ਰਸੀਏ ਹੋਣਗੇ, ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ ਹੋਣਗੇ, ਬਾਣੀ ਨਾਲ ਪ੍ਰੇਮ, ਬਾਣੇ ਦੇ ਵਿੱਚ ਰਹਿਤ ਵਿੱਚ ਰਹਿਣਗੇ, ਉਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੋਵੇਗਾ। ਔਰ ਅੱਜ ਵੀ ਸਾਧ ਸੰਗਤ ਜੀ, ਜਿਸ ਵੇਲੇ ਪੰਜ ਪਿਆਰੇ, ਪੰਜ ਗੁਰੂ ਕੇ ਸਿੰਘ ਰਹਿਤ ਵਿੱਚ ਤਿਆਰ ਬੁਰ ਤਿਆਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਤੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਸੁਧਾਈ ਕੀਤੀ ਜਾਂਦੀ ਹੈ। ਇਹ ਮਰਿਆਦਾ ਹੈ। ਪੰਜ ਸਿੰਘ ਆਪਣੀ ਵੀ ਸੁਧਾਈ ਕਰਾਉਂਦੇ ਹਨ, ਗ੍ਰੰਥੀ ਸਿੰਘ ਦੀ ਵੀ ਸੁਧਾਈ ਕੀਤੀ ਜਾਂਦੀ ਹੈ। ਸਾਹਮਣੇ ਗ੍ਰੰਥੀ ਸਿੰਘ ਮਹਾਰਾਜ ਦੇ ਤਾਬਿਆ ਤੇਗ ਲੈ ਕਰਕੇ, ਨੰਗੀ ਸ੍ਰੀ ਸਾਹਿਬ ਲੈ ਕਰਕੇ ਹਾਜ਼ਰ ਹੁੰਦਾ ਹੈ, ਨਾਲ ਮਹਾਰਾਜ ਸਾਹਿਬ ਤੇ ਚੌਰ ਕਰਦਾ ਹੈ, ਤੇ ਉਸ ਵੇਲੇ ਕੱਲੇ ਕੱਲੇ ਸਿੰਘ ਤੋਂ ਪੁੱਛਦਾ ਹੈ ਕਿ ਤੁਸੀਂ ਹੁਣ ਗੁਰੂ ਸਾਹਿਬ ਜੀ ਦੀ ਮਹਾਨ ਮਰਿਆਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗੇ ਹੋ, ਰਹਿਤ ਵਿੱਚ ਤਿਆਰ ਬੁਰ ਤਿਆਰ ਹੋ, ਕੋਈ ਰਹਿਤ ਵਿੱਚ ਫਰਕ ਤਾਂ ਨਹੀਂ ਪਿਆ? ਤੇ ਕੱਲੇ ਕੱਲੇ ਸਿੰਘ ਤੋਂ ਪੁੱਛਿਆ ਜਾਂਦਾ, ਇੱਕ ਇੱਕ ਤੋਂ, ਤੇ ਇੱਕ ਇੱਕ ਸਿੰਘ ਆਪਣੀ ਸੁਧਾਈ ਕਰਾਉਂਦਾ ਹੈ, ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜੀ ਨੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਰੀਰ ਕਰਕੇ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਤਿਆਰ ਬਰ ਤਿਆਰ ਰੱਖਿਆ ਹੈ, ਮਨ ਕਰਕੇ ਹਮੇਸ਼ਾ ਹੀ ਭੁੱਲਣਹਾਰ ਹਾਂ, ਸਰੀਰ ਕਰਕੇ ਤਿਆਰ ਬੁਰ ਤਿਆਰ ਹਾਂ, ਸਤਿਗੁਰੂ ਜੀ ਮਨ ਕਰਕੇ ਵੀ ਤਿਆਰ ਬੁਰ ਤਿਆਰ ਰੱਖਣ। ਤਾਂ ਇਸ ਤਰੀਕੇ ਨਾਲ ਬੇਨਤੀ ਕੀਤੀ ਜਾਂਦੀ ਹੈ। ਇੱਕ ਇੱਕ ਸਿੰਘ ਦੀ ਸੁਧਾਈ ਹੁੰਦੀ ਹੈ। ਫਿਰ ਪੰਜੇ ਸਿੰਘ ਤਾਬਿਆ ਜਾਂਦੇ ਹਨ, ਫਿਰ ਗ੍ਰੰਥੀ ਸਿੰਘ ਦੀ ਇਸੇ ਤਰ੍ਹਾਂ ਸੁਧਾਈ ਕੀਤੀ ਜਾਂਦੀ, ਉਸ ਨੂੰ ਵੀ ਪੁੱਛਿਆ ਜਾਂਦਾ ਹੈ, ਕਿਉਂਕਿ ਜਿਹੜਾ ਛੇਵਾਂ ਸਿੰਘ ਹੈ ਉਹ ਵੀ ਰਹਿਤ ਵਿੱਚ ਤਿਆਰ ਬੁਰ ਤਿਆਰ ਹੋਵੇ ਤਾਂ ਗ੍ਰੰਥੀ ਸਿੰਘ ਦੀ ਸੇਵਾ 'ਚ ਲੱਗ ਸਕਦਾ ਅੰਮ੍ਰਿਤ ਸੰਚਾਰ ਵੇਲੇ। ਇਹ ਨਹੀਂ ਵੀ ਜਿਹਨੂੰ ਮਰਜ਼ੀ ਫੜ ਕੇ ਉੱਥੇ ਭਾਲ ਗਏ। ਮਰਿਆਦਾ ਜੋ ਹੈ ਗੁਰੂ ਘਰ ਦੀ, ਤਾਂ ਉਸ ਵੇਲੇ ਗ੍ਰੰਥੀ ਸਿੰਘ ਤੋਂ ਵੀ ਪੁੱਛਿਆ ਜਾਂਦਾ, ਤੇ ਉਹ ਵੀ ਇਸੇ ਤਰ੍ਹਾਂ ਬੇਨਤੀ ਕਰਦਾ ਹੈ ਵੀ ਮਹਾਰਾਜ ਸਾਹਿਬ ਦੀ ਕਿਰਪਾ ਨਾਲ, ਕਿਉਂਕਿ ਦੱਸਣਾ ਉਹ ਹੈ, ਕਿਉਂ ਗੁਰੂ ਸਾਹਿਬ ਨੂੰ ਦੱਸ ਰਹੇ ਹਾਂ, ਗੁਰੂ ਸਾਹਿਬ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸ ਰਹੇ ਹਾਂ। ਤੇ ਜੇ ਕੋਈ ਢਿੱਲ ਮੱਠ ਹੋਵੇ ਤੇ ਉਹ ਫਿਰ ਬੇਨਤੀ ਉੱਥੇ ਕਰਨੀ ਪੈਂਦੀ ਹੈ। ਤੇ ਜੇ ਤਿਆਰ ਬੁਰ ਤਿਆਰ ਹੈ, ਕਿਉਂਕਿ ਉਸ ਵੇਲੇ ਹਾਜ਼ਰ ਹੀ ਹੁੰਦਾ ਜਿਹੜਾ ਤਿਆਰ ਬੁਰ ਤਿਆਰ ਹੈ। ਜੇ ਢਿੱਲ ਮੱਠ ਹੈ, ਕੋਈ ਰਹਿਤ 'ਚ ਫਰਕ ਪਿਆ, ਉਹ ਤਾਂ ਪਹਿਲਾਂ ਹੀ ਨਹੀਂ ਆਉਂਦਾ, ਤਾਂ ਫਿਰ ਬੇਨਤੀ ਕੀਤੀ ਜਾਂਦੀ ਹੈ। ਗ੍ਰੰਥੀ ਸਿੰਘ ਵੀ ਇਸੇ ਤਰ੍ਹਾਂ ਵੀ ਮਹਾਰਾਜ ਦੀ ਕਿਰਪਾ ਨਾਲ ਸਰੀਰ ਕਰਕੇ ਤਿਆਰ ਬਰ ਤਿਆਰ ਹਾਂ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਮਹਾਰਾਜ ਨੇ ਰੱਖਿਆ ਹੈ, ਮਨ ਕਰਕੇ ਭੁੱਲਣਹਾਰ ਹਾਂ, ਗੁਰੂ ਸਾਹਿਬ ਜੀ ਕਿਰਪਾ ਕਰਨ, ਤਿਆਰ ਬਰ ਤਿਆਰ ਰੱਖਣ। ਇਸ ਤਰ੍ਹਾਂ ਸੁਧਾਈ ਕਰਕੇ ਅਰਦਾਸ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਛਕਣ ਵਾਸਤੇ ਆਏ ਹੁੰਦੇ ਆ, ਉਹਨਾਂ ਦੀ ਵੀ ਸੁਧਾਈ ਕੀਤੀ ਜਾਂਦੀ ਹੈ। ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਭਾਈ ਸਾਹਿਬ, ਪੰਜ ਪਿਆਰੇ ਸਹਿਬਾਨ ਪਹਿਲੋਂ ਅਰਦਾਸ ਕਰਦੇ ਆ ਵੀ ਕਲਗੀਧਰ ਪਾਤਸ਼ਾਹ ਆਪ ਜੀ ਦੇ ਸਾਜੇ ਨਵਾਜੇ ਸਿੰਘ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗਣ ਲੱਗੇ ਆ, ਤੇ ਆਪ ਜੀ ਦਾ ਬਚਨ ਹੈ ਕਿ ਪੰਜਾਂ ਸਿੰਘਾਂ ਵਿੱਚ ਮੇਰਾ ਆਪਣਾ ਵਾਸਾ ਹੋਵੇਗਾ, ਤੇ ਤੁਸੀਂ ਕਿਰਪਾ ਕਰੋ ਹੁਣ ਸਾਡੇ ਵਿੱਚ ਵਸੋ, ਤੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੇ ਪ੍ਰਾਣੀਆਂ ਨੂੰ ਛਕਾਈਏ। ਤੁਸੀਂ ਮਹਾਰਾਜ ਸਾਡੇ ਵਿੱਚ ਨਿਵਾਸ ਕਰੋ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੇ ਸੰਗਤਾਂ ਨੂੰ ਛਕਾਈਏ। ਤੇ ਫਿਰ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੁੰਦੀ ਹੈ, ਤੇ ਮਹਾਰਾਜ ਦਾ ਫਿਰ ਸਿੰਘਾਂ ਵਿੱਚ ਵਾਸਾ ਹੁੰਦਾ ਹੈ। ਗੁਰੂ ਸਾਹਿਬ ਦਾ ਬਚਨ ਹੈ, ਮੈਂ ਆਪ ਵਿੱਚ ਵਸਾਂਗਾ। ਤੇ ਫਿਰ ਮਹਾਰਾਜ ਦਾ ਵਾਸਾ ਹੁੰਦਾ। ਫਿਰ ਸੰਗਤ ਤੋਂ ਪੁੱਛਿਆ ਜਾਂਦਾ ਕਿ ਭਾਈ ਕਿਹੜੇ ਪ੍ਰਾਣੀ ਪਹਿਲੀ ਵਾਰੀ ਛਕਣ ਵਾਸਤੇ ਆਏ ਆ, ਤੇ ਕਿਹੜੇ ਦੂਜੀ ਵਾਰੀ ਛਕਣ ਆਏ ਆ। ਪਹਿਲੀ ਵਾਰੀ ਛਕਣ ਵਾਲੇ ਇੱਕ ਪਾਸੇ ਹੋ ਜਾਓ, ਜਿਹੜੇ ਦੂਸਰੀ ਵਾਰੀ ਛਕਣ ਵਾਸਤੇ ਆਏ ਉਹ ਇੱਕ ਪਾਸੇ ਹੋ ਜਾਓ। ਪੁੱਛਿਆ ਜਾਂਦਾ, ਜਿਹੜੇ ਪਹਿਲੀ ਵਾਰੀ ਛਕਣ ਆਏ ਉਹਨਾਂ ਨੂੰ ਤਾਂ ਕੁਝ ਨਹੀਂ,
ਤੇ ਜਿਹੜੇ ਦੂਸਰੀ ਵਾਰੀ ਛਕਣ ਆਏ ਫਿਰ ਕੱਲੇ ਕੱਲੇ ਨੂੰ 5 ਪਿਆਰੇ ਸਿੰਘ ਪੁੱਛਦੇ ਆ। 5 ਪਿਆਰਿਆਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਪੁੱਛਦੇ ਆ, ਕਿਉਂਕਿ ਵਿੱਚ ਵਾਸਾ ਹੋਇਆ ਨਾ। ਕਹਿੰਦੇ ਵੀ ਕੀ ਕਾਰਨ ਦੂਸਰੀ ਵਾਰੀ ਕਿਉਂ ਛਕਣ ਆਏ? ਉਸ ਵੇਲੇ ਫਿਰ ਜਿੰਨੇ ਅੰਮ੍ਰਿਤ ਛਕਣਾ, ਅੰਮ੍ਰਿਤ ਭਲਾਖੀ ਨੇ, ਉਹਨੇ ਤੋਂ ਵੀ ਜਿਹੜੀ ਗਲਤੀ ਹੋਈ ਆ, ਜਿਹੜੀ ਭੁੱਲ ਹੋਈ ਆ, ਉਹ ਸੱਚੀ ਦੱਸਣੀ ਹੁੰਦੀ ਹੈ। ਵੀ 5 ਕਕਾਰਾਂ 'ਚ ਕੋਈ ਫਰਕ ਪਿਆ, ਕੋਈ ਰਹਿਤ ਵਿੱਚ ਫਰਕ ਪਿਆ, ਕੋਈ ਬਜਰੁਕ ਰਹਿਤ ਹੋ ਗਈ। ਕਿਉਂਕਿ ਅਸੀਂ ਕਈ ਵਾਰੀ ਮਨ 'ਚ ਐਸਾ ਵੀ ਆਉਂਦਾ ਨਾ ਵੀ ਜੇ ਮੈਂ ਉਹ ਦੱਸ ਦਿੱਤਾ ਤੇ ਕੋਈ ਐਸਾ ਖਿਆਲ, ਪਰ ਉਸ ਵੇਲੇ ਇਹ ਸਮਝ ਕੇ ਦੱਸਣਾ ਵੀ ਸਾਹਮਣੇ ਜਿਹੜੇ 5 ਸਿੰਘ ਖਲੋਤੇ, 5 ਸਿੰਘ ਹੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਆਪ ਖਲੋਤੇ। ਤੇ 5 ਸਿੰਘਾਂ ਨੂੰ ਵੀ ਇਹ ਹੁਕਮ ਆ ਵੀ ਉਸ ਵੇਲੇ ਜੋ ਪ੍ਰਾਣੀਆਂ ਦੀ ਜਿਹੜੀ ਵੀ ਗੱਲ ਪੁੱਛੀ ਹੈ ਉਹ ਉੱਥੋਂ ਤੀਕ ਹੀ ਸੀਮਿਤ ਹੈ, ਬਾਹਰ ਆ ਕੇ ਨਹੀਂ ਦੱਸਣੀ ਵੀ ਇਹਨੇ ਕੀ ਗਲਤੀ ਕੀਤੀ ਸੀ। ਗਲਤੀ ਦੀ ਸੁਧਾਈ ਅਰਦਾਸ ਕਰਕੇ ਕਰਨੀ ਆ, ਤੇ ਇਸ ਕਰਕੇ ਉਹ ਬਾਹਰ ਨਹੀਂ ਦੱਸੀ ਜਾ ਸਕਦੀ ਵੀ ਇਹਨੇ ਕਿਹੜੀ ਗਲਤੀ ਕੀਤੀ, ਕਿਹੜੀ ਕੁਰੈਤ ਹੋਈ। ਤਾਂ ਉਸ ਵੇਲੇ ਫਿਰ ਦੱਸਣ 'ਚ ਸੰਕੋਚ ਨਹੀਂ ਕਰਨਾ ਚਾਹੀਦਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ, ਕਿਉਂਕਿ ਬਖਸ਼ੀ ਤਾਂ ਜਾਣੀ ਜੇ ਸਾਰੀ ਸੱਚੀ ਦੱਸੀ ਤੇ, ਜੇ ਲੁਕੋ ਰੱਖਿਆ ਫਿਰ ਬਖਸ਼ੀ ਨਹੀਂ ਜਾਣੀ। ਜਿਹੜੀ ਭੁੱਲ ਹੋਈ, ਜਿਹੜੀ ਗਲਤੀ ਹੋਈ, ਉਹ 5 ਦੇ ਸਾਹਮਣੇ ਜਿਉਂ ਦੀ ਤਿਉਂ ਬੇਨਤੀ ਕਰਨੀ ਪੈਂਦੀ ਹੈ ਵੀ ਇਹ ਆਹ ਕੁਰੈਤ ਹੋਈ ਹੈ, ਇਹ ਗਲਤੀ ਹੋਈ ਹੈ, ਇਹ ਭੁੱਲ ਹੋਈ ਹੈ, ਇਸ ਕਰਕੇ ਦੁਬਾਰਾ ਹਾਜ਼ਰ ਹੋਏ ਆ, ਸੁਧਾਈ ਕਰਾਉਣ ਵਾਸਤੇ ਹਾਜ਼ਰ ਹੋਏ ਆ। ਤਾਂ ਫਿਰ 5 ਪਿਆਰੇ ਸਾਹਿਬਾਨ, ਜਿਸ ਤਰ੍ਹਾਂ ਦੀ ਕਿਸੇ ਦੀ ਗਲਤੀ ਹੋਵੇ ਤੇ ਜੇ ਅੰਮ੍ਰਿਤ ਛਕਾਉਣਾ, ਆਪਸ ਵਿੱਚ ਵਿਚਾਰ ਕਰਕੇ ਫਿਰ ਅੰਮ੍ਰਿਤ ਛਕਾਉਂਦੇ ਆ। ਜੇ ਜਾਂ ਅਰਦਾਸ ਹੀ ਇਕੱਲੀ ਕਰਨੀ ਆ, ਫਿਰ ਅਰਦਾਸ ਵੀ ਕੀਤੀ ਜਾਂਦੀ, ਉਹ ਆਪਸ ਵਿੱਚ ਵਿਚਾਰ ਕਰਦੇ ਆ ਫਿਰ। ਤੇ ਫਿਰ ਉਸ ਨੂੰ ਲੋੜ, ਜਿਸ ਤਰ੍ਹਾਂ ਦੀ ਗਲਤੀ ਉਸ ਤਰ੍ਹਾਂ ਦੀ ਤਨਖਾਹ ਲਾਈ ਜਾਂਦੀ ਹੈ ਵੀ ਇਹ ਸੇਵਾ ਕਰਨੀ, ਇੰਨੇ ਦਿਨ ਬਾਣੀ ਪੜ੍ਹਨੀ ਆ, ਇਹ ਭਾਂਡੇ ਮਾਂਜਣੇ ਆ, ਜਾਂ ਝਾੜੂ ਫੇਰਨਾ, ਜਾਂ ਆਹ ਸੇਵਾ ਕਰਨੀ। ਜਿਸ ਤਰ੍ਹਾਂ ਦੀ ਸੇਵਾ ਉਹ ਚਾਹੁਣ, ਕਿਉਂਕਿ ਉਹ ਗੁਰੂ ਰੂਪ ਵਾ, ਭਾਵੇਂ ਕੋਈ ਵੱਡੀ ਸੇਵਾ ਲਾਉਣ, ਭਾਵੇਂ ਛੋਟੀ ਲਾਉਣ, ਜਿਸ ਤਰ੍ਹਾਂ ਦੀ ਵੀ ਲਾਉਣ, ਉਹ 5 ਪਿਆਰੇ ਸਾਹਿਬਾਨ ਫਿਰ ਸੇਵਾ ਲਾਉਂਦੇ। ਤੇ ਫਿਰ ਉਹ ਪ੍ਰਾਣੀ ਨੂੰ ਉਹਨੇ ਦਿਨ ਸੇਵਾ ਕਰਨੀ ਪੈਂਦੀ ਆ। ਸੇਵਾ ਕਰਕੇ ਫਿਰ ਅਰਦਾਸ ਕਰਾ ਕੇ ਫਿਰ ਉਹਦੀ ਉਹ ਜਿਹੜੀ ਗਲਤੀ ਉਹ ਮਾਫੀ ਮਿਲਦੀ। ਇਹ ਮਰਿਆਦਾ ਹੈ ਮਹਾਰਾਜ ਸਾਹਿਬ ਜੀ ਦੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਹਨ ਰਹਿਣੀ ਦੇ ਬਾਰੇ, ਮਰਿਆਦਾ ਦੇ ਬਾਰੇ। ਸਤਿਗੁਰੂ ਗੜੀ ਵਿੱਚ ਕਹਿ ਰਿਹਾ ਵੀ ਜਿੱਥੇ 5 ਸਿੰਘ ਮਿਲਣਗੇ ਨਾ, ਪੰਚਹੁ ਮਹਿ ਨਿਤ ਵਰਤਤ ਮੈਂ ਹਉ, 5 ਵਿੱਚ ਨਿਤਾ ਪ੍ਰਤੀ ਮੈਂ ਵਰਤਾਂਗਾ। ਪੰਚ ਮਿਲਹਿ ਸੇ ਪੀਰਨ ਪੀਰ, ਤੇ ਜਿੱਥੇ 5 ਮਿਲ ਜਾਣ ਉਹ ਪੀਰਾਂ ਦੇ ਵੀ ਪੀਰ ਵਾ। ਪਰ ਪੀਰਾਂ ਦੇ ਪੀਰ ਤਾਂ ਹੋਣਗੇ ਜੇ ਉਹ ਰੋਜ਼ 5 ਬਾਣੀਆਂ ਵੀ ਪੜ੍ਹਨਗੇ, ਜੇ ਉਹ 5 ਕਕਾਰਾਂ ਦੀ ਰਹਿਤ 'ਚ ਰਹਿਣਗੇ, ਗੁਰੂ ਕੀ ਦੱਸੀ ਮਰਿਆਦਾ 'ਚ ਰਹਿਣਗੇ, ਫਿਰ ਗੁਰੂ ਗੋਬਿੰਦ ਸਿੰਘ ਦਾ ਵਾਸਾ ਹੋਵੇਗਾ। ਤੇ ਜੇ ਰਹਿਤ ਨਾ ਰੱਖੀ, ਢਿੱਲ ਮੱਠ ਹੋ ਗਈ, ਤੇ ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨ ਕੀ ਪ੍ਰਤੀਤ। ਜੇ ਰਹਿ 'ਚ ਢਿੱਲ ਮੱਠ ਹੋਈ, ਫਿਰ ਨਹੀਂ ਪੀਰਾਂ ਦੇ ਪੀਰ ਹੋਣਗੇ। ਤਾਂ ਸਤਿਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਆਪਣੇ ਸਿੰਘਾਂ ਨੂੰ, 5 ਨੂੰ ਵਡਿਆਈ ਦਿੱਤੀ। ਸਤਿਗੁਰੂ ਕਹਿੰਦੇ 5 ਪੀਰਾਂ ਦੇ ਪੀਰ ਹੋਣਗੇ, ਰਹਿਤ ਮਰਿਆਦਾ 'ਚ ਰਹਿਣ ਵਾਲੇ, ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ ਸਿੰਘ, ਉਹਨਾਂ 5 ਸਿੰਘਾਂ ਦੇ ਵਿੱਚ ਮੇਰਾ ਵਾਸਾ ਹੋਵੇਗਾ। ਗੁਰ ਘਰ ਕੀ ਮਰਿਆਦਾ। ਸਤਿਗੁਰੂ ਕਹਿੰਦੇ ਗੁਰੂ ਘਰ ਦੀ ਇਹ ਮਰਿਆਦਾ ਹੈ 5 ਸਿੰਘਾਂ ਦੀ। 5 ਸਿੰਘਾਂ ਨੂੰ ਮਹਾਰਾਜ ਨੇ ਬਹੁਤ ਵਡਿਆਈ ਦਿੱਤੀ ਸਾਧ ਸੰਗਤ ਜੀ, ਬਹੁਤ ਕਹਿਣ ਕਥਨ ਤੋਂ ਬਾਹਰੀ। ਸਤਿਗੁਰੂ ਕਹਿੰਦੇ ਗੁਰੂ ਘਰ ਦੀ ਮਰਿਆਦਾ ਨੂੰ ਅੱਗੇ ਤੋਰਨਗੇ 5 ਸਿੰਘ। ਕਿਸੇ ਨੇ ਸਿੱਖੀ ਧਾਰਨ ਕਰਨੀ, ਉਹਨਾਂ ਨੂੰ 5 ਸਿੰਘਾਂ ਤੋਂ ਹੀ ਸਿੱਖੀ ਮਿਲਣੀ, 5 ਪਿਆਰਿਆਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਤਾਂ ਹੀ ਅੰਮ੍ਰਿਤ ਪ੍ਰਾਪਤ ਹੋਵੇਗਾ, ਖੰਡੇ ਬਾਟੇ ਦਾ ਅੰਮ੍ਰਿਤ। ਇਤਿਹਾਸ ਪੜ੍ਹ ਕੇ ਵੇਖੀਏ ਤੇ ਸਮੇਂ ਸਮੇਂ ਤੇ ਮਹਾਰਾਜ ਨੇ 5 ਸਿੰਘਾਂ ਨੂੰ ਵਡਿਆਈ ਦਿੱਤੀ ਹੈ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਂਦੇ ਆ, ਸ਼ਹੀਦੀ ਪ੍ਰਾਪਤ ਕਰਦੇ ਆ, ਉਸ ਵੇਲੇ 5 ਸਿੰਘ ਮਹਾਰਾਜ ਦੇ ਨਾਲ ਜਾਂਦੇ, 5 ਸਿੱਖ ਜਾਂਦੇ ਮਹਾਰਾਜ ਦੇ ਨਾਲ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, 5 ਸਿੱਖ ਮਹਾਰਾਜ ਨਾਲ ਉਸ ਵੇਲੇ ਵੀ ਗਏ। 5 ਦੀ ਮਰਿਆਦਾ ਆਰੰਭ ਤੋਂ ਹੀ ਹੈ।
ਇਸੇ ਤਰ੍ਹਾਂ ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਜਾਂਦੇ ਆ ਤੇ ਗਵਾਲੀਅਰ ਦੇ ਕਿਲੇ ਵਿੱਚ ਵੀ 5 ਸਿੱਖ ਮਹਾਰਾਜ ਦੇ ਨਾਲ ਗਏ ਸੀ, ਬਾਕੀ ਸਾਰੀ ਫੌਜ ਆਗਰੇ ਮਹਾਰਾਜ ਨੇ ਛੱਡੀ ਸੀ। ਸਤਿਗੁਰੂ 9ਵੇਂ ਪਾਤਸ਼ਾਹ ਜਿਸ ਵੇਲੇ ਤਿਲਕ ਜੰਝੂ ਦੀ ਰਾਖੀ ਵਾਸਤੇ ਜਾਂਦੇ ਆ ਤੇ 5 ਸਿੱਖਾਂ ਨੂੰ ਨਾਲ ਲੈ ਕੇ ਜਾਂਦੇ ਆ। 5 ਦੀ ਵਡਿਆਈ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਤੋ ਸਤਿਗੁਰੂ ਸਾਹਿਬ ਗਰੀਬ ਨਵਾਜ ਕਹਿੰਦੇ ਹਨ ਕਿ 5 ਦੀ ਜੋ ਮਹਾਨ ਵਡਿਆਈ ਹੈ ਤੇ ਗੁਰੂ ਘਰ ਦੀ ਮਰਿਆਦਾ 5 ਹੀ ਤੋਰਨਗੇ। ਪੂਰਬ ਪੀਨ, ਪੂਰਬ ਕਹੀਏ ਪਹਿਲਾਂ, ਪੀਨ ਮੈਨੇ ਪੀਤੀ ਹੈ, ਛਕੀ ਹੈ। 5 ਸਿੱਖਾਂ ਨੇ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ 5 ਨੇ ਪਹਿਲੋਂ ਛਕਿਆ ਹੈ। 1699 ਈਸਵੀ ਦੀ ਵਿਸਾਖੀ ਨੂੰ ਜਦੋਂ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਗਲਤੀ ਕਰ ਬਵੇਗਾ, ਕੁਰੈਤ ਕਰ ਬਵੇਗਾ, ਕਿਉਂਕਿ ਇਨਸਾਨ ਭੁੱਲਣ ਆ ਰਿਹਾ, ਭੁੱਲਾਂ ਸੁਭਾਵਕ ਹੁੰਦੀਆਂ ਵਾ। ਭੁੱਲਣ ਹਾਰ ਇਨਸਾਨ ਹੈ, ਜੇ ਭੁੱਲਾਂ ਨਹੀਂ ਕਰਦਾ, ਗੁਰੂ ਨਹੀਂ ਕਰਦਾ ਤੇ ਪਰਮੇਸ਼ਰ ਨਹੀਂ ਕਰਦਾ। ਬੰਦਾ ਤੇ ਭੁੱਲਣ ਹਾਰ ਹੀ ਹੈ ਤੇ ਭੁੱਲਾਂ ਇਹਦੇ ਤੋਂ ਸੁਭਾਵਕ ਹੋਣੀਆਂ, ਪਰ ਭੁੱਲ ਨੂੰ ਮੰਨ ਲਵੇ। ਗਲਤੀ ਹੋਣੀ ਸੁਭਾਵਕ ਆ, ਗਲਤੀ ਨੂੰ ਮੰਨ ਕੇ ਤੇ 5 ਦੇ ਹਾਜ਼ਰ ਹੋ ਕੇ ਮਾਫੀ ਲੈ ਲਵੇ, ਬਖਸ਼ਿਆ ਜਾਵੇਗਾ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਦੋਂ ਕੋਈ ਤਨਖਾਹੀਆ ਹੋ ਜਾਵੇਗਾ, ਭਾਵ ਕੋਈ ਕੁਰੈਤ ਕਰ ਬੈਠੇਗਾ, ਕੋਈ ਭੁੱਲ ਹੋ ਜਾਵੇਗੀ ਤੇ ਫਿਰ ਉਹਨੂੰ 5 ਸਿੰਘ ਹੀ ਬਖਸ਼ਣਗੇ, ਉਹਨੂੰ 5 ਸਿੰਘਾਂ ਦੇ ਪੇਸ਼ ਹੋਣਾ ਪਵੇਗਾ। ਤੇ ਮਹਾਰਾਜ ਕਹਿੰਦੇ ਜਿਹੜੇ 5 ਪ੍ਰਬੀਨ ਸਿਆਣੇ ਸਿੰਘ ਆ ਨਾ, ਭਾਵ ਰਹਿਣੀ ਬਹਿਣੀ ਚ ਤਿਆਰ ਬੁਰ ਤਿਆਰ, ਰਹਿਤ ਮਰਿਆਦਾ ਚ ਤਿਆਰ ਬੁਰ ਤਿਆਰ, ਨਾਮ ਰਸੀਏ ਬਾਣੀ ਰਸੀਏ, ਪਾਹੁਲ ਦੇ ਮਿਲ ਪੰਚ ਪ੍ਰਬੀਨ, 5 ਸਿੰਘ ਹੀ ਉਹ ਖੰਡੇ ਬਾਟੇ ਦੀ ਪੌਲ ਦਿਆ ਕਰਨਗੇ ਪੰਥ ਦੇ ਵਿੱਚ। ਖੰਡੇ ਬਾਟੇ ਦਾ ਅੰਮ੍ਰਿਤ 5 ਸਿੰਘ ਹੀ ਛਕਾਇਆ ਕਰਨਗੇ। ਕਲਗੀਧਰ ਪਾਤਸ਼ਾਹ ਕਹਿੰਦੇ ਸਿੰਘੋ 5 ਸਿੰਘਾਂ ਦੀ ਵੱਡੀ ਵਡਿਆਈ ਜਾਣੋ, 5 ਸਿੰਘਾਂ ਦੀ ਮਹਾਨ ਵੱਡੀ ਵਡਿਆਈ ਹੈ। ਤੇ ਜੋ 5 ਫੈਸਲਾ ਕਰਿਆ ਕਰਨਗੇ ਉਹ ਨਿਸਫਲ ਨਹੀਂ ਜਾਵੇਗਾ। ਜੋ 5 ਸਿੰਘ ਰਹਿਤ ਵਿੱਚ ਤਿਆਰ ਬਰ ਤਿਆਰ ਅਰਦਾਸ ਕਰਨਗੇ ਉਹ ਨਿਸਫਲ ਨਹੀਂ ਜਾਵੇਗੀ। ਜੋ 5 ਕਾਰਜ ਕਰਨਗੇ ਉਹ ਨਿਸਫਲ ਨਹੀਂ ਹੋਵੇਗਾ। ਤੇ ਮਹਾਰਾਜ ਸਾਹਿਬ ਨੇ ਆਖਿਆ ਵੀ ਭਾਈ ਜੇ ਭੋਜਨ ਛਕਾਉਣਾ ਹੈ ਜਾਂ ਬਸਤਰ ਦੇਣੇ ਆ ਉਹ ਵੀ 5 ਸਿੰਘਾਂ ਨੂੰ ਦਿੱਤੇ ਜਾਣ, ਭੋਜਨ ਵੀ 5 ਨੂੰ ਛਕਾਇਆ ਜਾਵੇ, ਬਸਤਰ ਭੇਟ ਕਰਨੇ ਤੇ ਬਸਤਰ ਵੀ 5 ਸਿੰਘਾਂ ਨੂੰ ਦਿੱਤੇ ਜਾਣ। ਤੇ ਜਿਹੜੇ ਭੋਜਨ ਛਕਾ ਕੇ ਬਸਤਰ ਭੇਟ ਕਰਕੇ ਤੇ ਕੋਈ ਕਾਰਜ, ਕੋਈ ਮਨੋਕਾਮਨਾ ਹੈ, ਕੋਈ ਫਲ ਦੀ ਪ੍ਰਾਪਤੀ ਦੀ ਇੱਛਾ ਹੈ ਜਾਂ ਕੋਈ ਕਾਰਜ ਰੁਕ ਗਿਆ ਹੈ, ਉਹਨੂੰ ਪੂਰਾ ਕਰਨ ਵਾਸਤੇ ਜੇ 5 ਸਿੰਘਾਂ ਦੇ ਅੱਗੇ ਬੇਨਤੀ ਕਰਕੇ ਉਹਨਾਂ ਤੋਂ ਅਰਦਾਸ ਕਰਾਉਣਗੇ ਤੇ ਮਹਾਰਾਜ ਕਹਿੰਦੇ ਮਨ ਬਾਂਛਤ ਫਲ ਮਿਲ ਜਾਵੇਗਾ। ਕੋਈ ਇੱਛਾ ਹੈ ਵੀ ਕਈ ਸੰਸਾਰੀ ਪਦਾਰਥਾਂ ਦੀ ਇੱਛਾ ਸੰਸਾਰੀਆਂ ਨੂੰ ਹੈ ਹੀ ਆ ਸਾਨੂੰ, ਤੇ ਕੋਈ ਵੀ ਕਾਰਜ ਹੈ, ਭਾਵੇਂ ਸੰਸਾਰੀ ਕਾਰਜ ਹੈ, ਚਾਹੇ ਪਰਮਾਰਥੀ ਦਾ ਕਾਰਜ ਹੈ, ਚਾਹੇ ਪਦਾਰਥ ਦੀ ਇੱਛਾ ਹੈ ਜਾਂ ਨਾਮ ਦੀ ਇੱਛਾ ਹੈ, ਸਿੱਖੀ ਦੀ ਹੈ, ਜਿਹੜੀ ਵੀ ਕਾਮਨਾ ਹੈ, ਮਹਾਰਾਜ ਕਹਿੰਦੇ 5 ਸਿੱਖਾਂ ਤੇ ਅੱਗੇ ਅਰਦਾਸ ਕਰਾਵੇਗਾ ਤੇ ਮਾਨਿਸ਼ਤ ਫਲ ਪ੍ਰਾਪਤ ਹੋ ਜਾਣਗੇ 5 ਸਿੰਘਾਂ ਤੋਂ। ਕੋਈ ਕਾਰਜ ਰੁਕਿਆ ਹੋਵੇਗਾ, ਅੜਿਆ ਹੋਵੇਗਾ, ਕਾਰਜ ਨੇਪਰੇ ਚੜ ਜਾਵੇਗਾ ਜਦੋਂ 5 ਤਿਆਰ ਬਰ ਤਿਆਰ ਸਿੰਘ ਅਰਦਾਸ ਕਰਨਗੇ। ਇਹ ਸਤਿਗੁਰੂ ਜੀ 8 ਪੋਹ ਦੀ ਰਾਤ ਨੂੰ ਬਖਸ਼ਿਸ਼ਾਂ ਵਰਤਾ ਰਹੇ ਆ। ਇਹ ਵਰਦਾਨ ਦੇ ਰਹੇ, ਜਾਣੀ ਕਿ ਇਹ ਬਖਸ਼ਿਸ਼ਾਂ ਦੇ ਰਹੇ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕੋਈ ਐਵੇਂ ਥੋੜਾ ਜਾਣਾ ਹੈ। ਮਹਾਰਾਜ ਦੀ ਅੰਮ੍ਰਿਤ ਰਸਨਾ ਤੋਂ ਬਚਨ ਹੋ ਰਿਹਾ 5 ਸਿੰਘਾਂ ਨੂੰ। ਸਤਿਗੁਰੂ ਕਹਿੰਦੇ 5 ਸਿੰਘਾਂ ਦੀ ਐਸੀ ਵਡਿਆਈ ਹੈ ਭਾਈ, ਜਿਵੇਂ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਨਾ, ਅੱਜ ਦੀ ਕਥਾ ਉਹ ਸ਼ਬਦ ਨਾਲ ਐ ਰਲਦੀ ਮਿਲਦੀ ਹੈ, ਖਾਲਸੇ ਦੀ ਮਹਿਮਾ ਦਾ।
युद्ध जिते इन्हीं के प्रसाद। ता महाराज भी इन्हीं की कृपा के सजे हम हैं, नहीं मोह से गरीब करोड़ परे। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਭਾਈ ਭੋਜਨ ਵੀ ਪੰਜਾਂ ਸਿੰਘਾਂ ਨੂੰ ਛਕਾਇਆ ਜਾਵੇ, ਲੰਗਰ ਪਾਣੀ ਵਸਤਰ ਵੀ ਪੰਜਾਂ ਸਿੰਘਾਂ ਨੂੰ ਭੇਟ ਕੀਤੇ ਜਾਣ। ਜਿਹੜਾ ਬੇਨਤੀ ਕਰੇਗਾ ਮਨ ਬਾਂਝ ਤੇ ਫਲ ਪ੍ਰਾਪਤ ਹੋ ਜਾਵੇਗਾ। ਇਸ ਤਰ੍ਹਾਂ ਪੰਜਾਂ ਸਿੰਘਾਂ ਦੀ ਸਤਿਗੁਰੂ ਜੀ ਨੇ ਮਹਾਨ ਮਹਿਮਾ ਕੀਤੀ ਆਪਣੀ ਰਸਨਾ ਤੋਂ, ਤੇ ਮਹਿਮਾ ਕਹਿ ਕਰਕੇ ਤੇ ਫਿਰ 3 ਪਰਿਕਰਮਾ ਗਰੀਬ ਨਵਾਜ ਨੇ ਕੀਤੀਆਂ ਪੰਜਾਂ ਸਿੰਘਾਂ ਦੀਆਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਪੰਜਾਂ ਸਿੰਘਾਂ ਦੀਆਂ 3 ਪਰਿਕਰਮਾ ਕੀਤੀਆਂ। ਜਿਵੇਂ ਆਪਾਂ ਪਹਿਲੋਂ ਵਿਚਾਰਾਂ ਸਾਂਝੀਆਂ ਕੀਤੀਆਂ ਵੀ ਸਿੱਖ ਗੁਰੂ ਤੋਂ ਕੁਰਬਾਨ ਜਾਂਦਾ ਹੈ, ਤੇ ਗੁਰੂ ਸਾਹਿਬ ਦਾ ਪਿਆਰ ਵੇਖੋ, ਗੁਰੂ ਸਿੱਖਾਂ ਤੋਂ ਸਦਕੇ ਪੈ ਜਾਂਦੇ ਆ। ਸਿੱਖ ਗੁਰੂ ਦੀਆਂ ਪਰਿਕਰਮਾ ਕਰਦੇ ਆ, ਤੇ ਗੁਰੂ ਸਿੱਖਾਂ ਦੀਆਂ ਵੀ ਪ੍ਰੇਮ ਵਿੱਚ ਆ ਕੇ ਪਰਿਕਰਮਾ ਕਰਦੇ ਆ। ਕਲਗੀਧਰ ਪਾਤਸ਼ਾਹ ਨੇ 3 ਪਰਿਕਰਮਾ ਕੀਤੀਆਂ। ਪਿੱਛੇ ਆਪਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਇਤਿਹਾਸ ਸਰਵਣ ਕੀਤਾ ਹੈ। ਗੜੀ ਚੋਂ ਬਾਹਰ ਜਾਣ ਲੱਗਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੂੰ ਮੱਥਾ ਟੇਕ ਕੇ ਪਰਿਕਰਮਾ ਕੀਤੀਆਂ ਸੀ ਪਿਤਾ ਜੀ ਦੀਆਂ। ਤੇ ਹੁਣ ਕਲਗੀਧਰ ਪਾਤਸ਼ਾਹ ਗੜੀ ਛੱਡਣ ਲੱਗੇ ਆ, ਤੇ ਪੰਜਾਂ ਦੀ ਮਹਿਮਾ ਕਰਕੇ ਤੇ ਪੰਜਾਂ ਨੂੰ ਗੁਰਿਆਈ ਦੇ ਰਹੇ ਆ। ਆਪਣਾ ਇਹ ਸਰੀਰਕ ਬਾਣਾ ਤੇ ਪੰਜਾਂ ਵਿੱਚ ਜੁਗਤ ਆਪਣੀ ਰੱਖ ਰਹੇ, ਆਪਣੀ ਕਲਾ ਆਪਣੀ ਸ਼ਕਤੀ ਰੱਖ ਰਹੇ ਪੰਜਾਂ ਸਿੰਘਾਂ ਦੇ ਵਿੱਚ। ਤੇ ਸਤਿਗੁਰੂ ਜੀ ਨੇ ਫਿਰ 3 ਪਰਿਕਰਮਾ ਕੀਤੀਆਂ ਪੰਜਾਂ ਸਿੰਘਾਂ ਦੀਆਂ। ਤੇ ਪਰਿਕਰਮਾ ਕਰਨ ਤੋਂ ਬਾਅਦ ਆਪਣੇ ਸ਼ਸਤਰ ਵੀ ਆਪਣੇ ਹਥਿਆਰ ਵੀ ਇਹਨਾਂ ਪੰਜਾਂ ਸਿੰਘਾਂ ਨੂੰ ਬਖਸ਼ੇ। ਮਹਾਰਾਜ ਨੇ ਆਪਣੀ ਜਿਗਾ, ਜਿਸ ਵਿੱਚ ਕਲਗੀ ਲੱਗਦੀ ਸੀ, ਉਹ ਜਿਗਾ ਵੀ ਤੇ ਕਲਗੀ ਵੀ ਮਹਾਰਾਜ ਸਾਹਿਬ ਨੇ ਪੰਜਾਂ ਨੂੰ ਬਖਸ਼ਿਸ਼ ਕੀਤੀ ਹੈ। ਆਪਣੇ ਗਰੀਬ ਨਵਾਜ ਨੇ ਪਵਿੱਤਰ ਹੱਥਾਂ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਸ਼ਸਤਰ ਪੰਜਾਂ ਸਿੰਘਾਂ ਨੂੰ ਬਖਸ਼ੇ, ਆਪਣੀ ਜਿਗਾ ਤੇ ਆਪਣੀ ਕਲਗੀ ਪੰਜਾਂ ਸਿੰਘਾਂ ਨੂੰ ਬਖਸ਼ੀ। ਕਿ ਖਾਲਸਾ ਮੇਰਾ ਰੂਪ ਹੈ ਨਾ, ਆਪਣਾ ਰੂਪ ਮਹਾਰਾਜ ਦੇ ਰਹੇ ਆ, ਆਪਣਾ ਸਭ ਕੁਝ ਹੀ ਦੇ ਰਹੇ ਆ। ਕੁਝ ਵੀ ਨਹੀਂ ਮਹਾਰਾਜ ਸਾਹਿਬ ਨੇ ਰੱਖਿਆ ਜਿਹੜਾ ਖਾਲਸੇ ਤੋਂ ਲੁਕੋ ਕੇ ਰੱਖਿਆ ਹੋਵੇ। ਗਰੀਬ ਨਵਾਜ ਨੇ ਕਲਗੀ ਆਪਣੇ ਹੱਥਾਂ ਦੇ ਨਾਲ ਸਤਿਗੁਰੂ ਜੀ ਨੇ ਇੱਕ ਸਿੰਘ ਦੇ ਸਿਰ ਦੇ ਉੱਤੇ ਬੰਨ੍ਹ ਦਿੱਤੀ ਹੈ। ਤੇ ਸ਼ਸਤਰ ਮਹਾਰਾਜ ਨੇ ਸਿੰਘਾਂ ਦੇ ਗਾਤਰੇ ਪਵਾ ਦਿੱਤੇ ਹਨ। ਤੇ ਮਹਾਰਾਜ ਨੇ ਕਮਰ ਕੱਸੇ ਕਸਾ ਦਿੱਤੇ ਸਿੰਘਾਂ ਦੇ। ਸ਼ਸਤਰ ਪਵਾ ਕੇ ਨਾ ਪੰਜਾਂ ਸਿੰਘਾਂ ਦੇ ਗਾਤਰੇ ਆਪਣੇ ਸ਼ਸਤਰ ਦੇ ਕੇ ਸਿੰਘਾਂ ਨੂੰ, ਤੇ ਫਿਰ ਕਮਰ ਕੱਸੇ ਵੀ ਲਵਾਏ ਪੰਜਾਂ ਦੇ। ਤੇ ਕਟ ਕਸਾਏ ਕਰ ਬਿਲਮ ਬਹੀਨ, ਬਿਲਮ ਨਾਮ ਦੇਰੀ ਦਾ, ਬਹੀਨ ਨਾਮ ਦੇਰੀ ਤੋਂ ਬਿਨਾ। ਵੀ ਬੜੀ ਛੇਤੀ ਦੇ ਨਾਲ ਮਹਾਰਾਜ ਸਾਹਿਬ ਨੇ ਇਹ ਸ਼ਸਤਰ ਬਖਸ਼ੇ ਆ। ਗਰੀਬ ਨਵਾਜ ਨੇ ਕਲਗੀ ਜਿਗਾ ਬਖਸ਼ਿਸ਼ ਕੀਤੀ ਹੈ। ਹੁਣ ਇਹ ਬਖਸ਼ਿਸ਼ ਕੀਤੇ ਆ ਪੰਜਾਂ ਨੂੰ ਹੀ, ਪੰਜਾਂ ਨੂੰ। ਤੇ ਹੁਣ ਜਿਗਾ ਇੱਕ ਵਾ, ਕਲਗੀ ਇੱਕ ਵਾ, ਇਸ ਕਰਕੇ ਇੱਕ ਸਿੰਘ ਦੇ ਸਿਰ ਤੇ ਹੀ ਸੱਜਣੀ ਸੀ। ਪਰਿਕਰਮਾ ਪੰਜਾਂ ਦੀਆਂ ਹੀ ਕੀਤੀਆਂ, ਬਚਨ ਪੰਜਾਂ ਦੀ ਵਡਿਆਈ ਦੇ ਹੀ ਕੀਤੇ ਆ। ਤੇ ਪੰਜਾਂ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਇੱਕ ਸਿੰਘ ਦੇ ਸੀਸ ਦੇ ਉੱਤੇ ਆਪਣੀ ਕਲਗੀ ਜਿਗਾ ਜਿਹੜੀ ਉਹ ਸਜਾ ਦਿੱਤੀ ਹੈ। ਤੇ ਉਹ ਇੱਕ ਸਿੰਘ ਦੀ ਨਹੀਂ ਸਮਝੀ ਜਾਂਦੀ, ਉਹ ਪੰਜਾਂ ਦੀ ਹੀ ਸਮਝੀ ਜਾਂਦੀ ਹੈ, ਕਿਉਂਕਿ ਪੰਜਾਂ ਨੂੰ ਇਕੱਠੀ ਵਡਿਆਈ ਦੇ ਰਹੇ ਆ। ਤੇ ਕਲਗੀ ਇੱਕੋ ਹੀ ਹੈ ਕਲਗੀਧਰ ਪਾਤਸ਼ਾਹ ਦੀ, ਤੇ ਇੱਕ ਦੇ ਸਿਰ ਤੇ ਹੀ ਸੱਜਣੀ ਸੀ ਨਾ। ਮਹਾਰਾਜ ਸਾਹਿਬ ਜੀ ਨੇ ਉਹ ਭਾਈ ਸੰਤ ਸਿੰਘ ਜੀ ਦੇ ਸੀਸ ਦੇ ਉੱਤੇ ਸਜਾਈ ਪੰਜਾਂ ਦੇ ਵਿੱਚੋਂ। ਪੰਜੇ ਸਿੰਘਾਂ ਦੇ ਨਾਮ ਪਿੱਛੇ ਆ ਗਏ ਆ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ। ਤਿੰਨਾਂ ਪੰਜਾਂ ਦੇ ਵਿੱਚੋਂ ਮਹਾਰਾਜ ਨੇ ਭਾਈ ਸੰਤ ਸਿੰਘ ਜੀ ਦੇ ਸੀਸ ਉੱਤੇ ਕਲਗੀ ਜਿਗਾ ਸਜਾ ਦਿੱਤੇ ਹਨ, ਪਰ ਸਮਝਣੇ ਪੰਜਾਂ ਨੂੰ ਹੀ ਹਨ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਫਤਿਹ ਵਾਹਿਗੁਰੂ ਜੀ ਕੀ ਜੀ। ਫਿਰ ਮਹਾਰਾਜ ਸਾਹਿਬ ਪੰਜਾਂ ਦੇ ਸਾਹਮਣੇ ਹੋ ਕੇ ਗਰੀਬ ਨਵਾਜ ਕਲਗੀਧਰ ਪਾਤਸ਼ਾਹ ਨੇ ਆਪਣੇ ਸ਼ਸਤਰ ਬਖਸ਼ਿਸ਼ ਕਰਕੇ ਕਲਗੀ ਜਿਗਾ ਬਖਸ਼ ਕੇ ਆਖਿਆ, ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹਾਂਜੀ। ਪੰਜੋ ਸੰਗਨ
ਹਾਥ ਜੋੜ ਕਹੇ। ਜਦੋਂ ਇਸ ਤਰ੍ਹਾਂ ਪੰਜਾਂ ਸਿੰਘਾਂ ਨੂੰ ਵਡਿਆਈ ਦਿੱਤੀ ਨਾ ਮਹਾਰਾਜ ਨੇ, ਇਹ ਗੁਰਿਆਈ ਦਿੱਤੀ ਹੈ, ਆਪਣਾ ਬਾਣਾ ਬਖਸ਼ਿਆ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋ ਨਿਵਾਸ ਦੀ ਬਖਸ਼ਿਸ਼ ਕੀਤੀ ਹੈ। ਫਿਰ ਪੰਜਾਂ ਸਿੰਘਾਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ, ਹਮ ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਦੇ ਉੱਤੇ ਸੀਸ ਬਖਸ਼ਿਸ਼ ਅਸੀਂ ਭੇਟ ਕੀਤੇ ਹਨ। ਹਮ ਜੈਸੇ ਤੁਮ ਕੋ ਜਨ ਲਖਨ। ਗਰੀਬ ਨਵਾਜ ਸਾਡੇ ਵਰਗੇ ਤਾਂ ਸੇਵਕ ਆਪ ਜੀ ਨੂੰ ਲੱਖਾਂ ਹੀ ਹਨ, ਸਾਡੇ ਵਰਗੇ ਤਾਂ ਮਹਾਰਾਜ ਲੱਖਾਂ ਹੀ ਆਪ ਜੀ ਦੇ ਸੇਵਕ ਹਨ। ਹਮ ਕੋ ਤੁਮ ਇੱਕ ਜਗਦੀਸ਼। ਪਰ ਮਹਾਰਾਜ ਸਾਨੂੰ ਲੱਖਾਂ ਨੂੰ ਸਤਿਗੁਰੂ ਜੀ ਆਪ ਇੱਕੋ ਹੀ ਹੋ, ਜਗਤ ਦੇ ਈਸ਼ਵਰ। ਹੇ ਜਗਦੀਸ਼ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਡੇ ਸਿੰਘਾਂ ਵਾਸਤੇ ਲੱਖਾਂ ਵਾਸਤੇ ਤੁਸੀਂ ਇੱਕੋ ਇੱਕ ਹੀ ਹੋ, ਪਰ ਆਪ ਜੀ ਵਾਸਤੇ ਤੇ ਸਾਡੇ ਵਰਗੇ ਲੱਖਾਂ ਹੀ ਹਨ। ਮਹਾਰਾਜ ਆਪ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਕਿਰਪਾ ਕਰਕੇ ਸਾਨੂੰ ਤਾਰਿਆ ਹੈ। ਕਹਿੰਦੇ ਹਨ ਜਿਵੇਂ ਸ੍ਰੀ ਰਾਮ ਚੰਦਰ ਨੇ ਤ੍ਰੇਤੇ ਯੁੱਗ ਦੇ ਅਵਤਾਰ, ਉਹਨਾਂ ਨੇ ਜਿਵੇਂ ਜੰਗਲ ਦੇ ਕੀਸ ਨਾਮ ਹੈ ਬਾਂਦਰਾਂ ਦਾ, ਉਹਨਾਂ ਦੇ ਉੱਤੇ ਹੀ ਦ੍ਰਿਸ਼ਟੀ ਪਾ ਕਰਕੇ ਉਹਨਾਂ ਨੂੰ ਹੀ ਲੜਾ ਦਿੱਤਾ ਸੀ ਰਾਵਣ ਦੀ ਫੌਜ ਦੇ ਨਾਲ। ਤੇ ਮਹਾਰਾਜ ਤੁਸੀਂ ਵੀ ਸਾਡੇ ਤੇ ਮਿਹਰ ਕਰਕੇ ਸਾਨੂੰ ਤਾਰਿਆ ਹੈ। ਇਹ ਕਲਗੀਧਰ ਪਾਤਸ਼ਾਹ ਜਿਵੇਂ ਤੁਸੀਂ ਵੱਡੇ ਹੋ, ਇਸ ਤਰ੍ਹਾਂ ਆਪ ਜੀ ਦੀ ਵਡਿਆਈ ਵੀ ਵੱਡੀ ਹੈ। ਮਹਾਰਾਜ ਕੌਣ ਆਪ ਜੀ ਦੀ ਵਡਿਆਈ ਜਾਣ ਸਕਦਾ ਹੈ। ਇਹ ਦਸ਼ਮੇਸ਼ ਪਾਤਸ਼ਾਹ ਤੁਸੀਂ ਸਾਰੇ ਗੁਣਾਂ ਦੇ ਧੀਸ਼ ਮਾਲਕ ਹੋ, ਤੁਸੀਂ ਮਹਾਰਾਜ ਸਾਰੇ ਗੁਣਾਂ ਦੇ ਸੁਆਮੀ ਹੋ। ਇਸ ਤਰ੍ਹਾਂ ਸਿੰਘਾਂ ਦੀ ਬੇਨਤੀ ਸੁਣ ਕਰਕੇ ਫਿਰ ਸੁਭਾਏਮਾਨ ਮੁਖ ਤੋਂ ਸਤਿਗੁਰੂ ਜੀ ਨੇ ਫਰਮਾਇਆ ਹੈ, ਸਤਿਗੁਰੂ ਜੀ ਨੇ ਬਚਨ ਕੀਤੇ ਵੀ ਸਿੰਘੋ ਹੁਣ ਤੁਹਾਡੇ ਬਚਨ ਦੇ ਨਾਲ ਅਸੀਂ ਗੜੀ ਛੱਡਦੇ ਹਾਂ। 8 ਪੋਹ ਦੀ ਰਾਤ ਨੂੰ ਵੀ ਅਸੀਂ ਗੜੀ ਛੱਡ ਕੇ ਜਾਂਦੇ ਹਾਂ, ਦੁਸ਼ਮਣ ਦੀ ਫੌਜ ਨੂੰ ਚੀਰਦੇ ਹੋਏ ਵੇਚਦੀ ਨਿਕਲ ਕੇ। ਤੇ ਅਸੀਂ ਐਵੇਂ ਨਹੀਂ ਜਾਵਾਂਗੇ, ਅਸੀਂ ਜਕਾਰੇ ਬੁਲਾ ਕੇ ਜਾਵਾਂਗੇ, ਦੱਸ ਕੇ ਜਾਵਾਂਗੇ ਨਾ, ਤੇ ਤਾੜੀ ਮਾਰ ਕੇ ਜਾਵਾਂਗੇ ਵੀ ਅਸੀਂ ਚੱਲੇ ਹਾਂ, ਵੀ ਜਿਹਦੇ 'ਚ ਮਤਾ ਫੜ ਲਓ ਜੇ ਫੜਨਾ ਜੇ ਤਾਂ। ਅਸੀਂ ਇਹਨਾਂ ਤੋਂ ਡਰ ਕੇ ਨਹੀਂ ਜਾ ਰਹੇ। ਗਰੀਬ ਨਵਾਜ ਕਹਿੰਦੇ ਤੁਹਾਡਾ ਬਚਨ ਹੋਇਆ ਸਿੰਘਾਂ ਦਾ ਖਾਲਸੇ ਦਾ ਤਾਂ ਜਾ ਰਿਹਾ ਹਾਂ, ਨਹੀਂ ਤੇ ਜਾਣਾ ਨਹੀਂ ਸੀ, ਇੱਦਾਂ ਨੇ ਜੰਗ ਕਰਨਾ ਸੀ। ਪਰ ਸਿੰਘਾਂ ਨੇ ਕਹਿ ਦਿੱਤਾ ਮਹਾਰਾਜ ਵੀ ਤੁਸੀਂ ਸਾਡੇ ਵਰਗੇ ਤਾਂ ਲੱਖਾਂ ਬਣਾ ਲਓਗੇ, ਅਸੀਂ ਚਾਹੁੰਦੇ ਹਾਂ ਵੀ ਤੁਸੀਂ ਜੰਗ ਨਾ ਕਰੋ, ਤੁਸੀਂ ਜਾਓ। ਤਾਂ ਉਸ ਮੌਕੇ ਤੇ ਅੱਜ ਵੀ ਉੱਥੇ ਸਾਧ ਸੰਗਤ ਜੀ ਚਮਕੌਰ ਸਾਹਿਬ ਅਸਥਾਨ, ਤਾੜੀ ਸਾਹਿਬ ਅਸਥਾਨ ਦੇ ਵੀ ਆਪਾਂ ਦਰਸ਼ਨ ਕਰਦੇ ਹਾਂ। ਤਾੜੀ ਸਾਹਿਬ ਅਸਥਾਨ ਤੋਂ ਜਿੱਥੇ ਮਹਾਂਪੁਰਖਾਂ ਦੀ ਸੇਵਾ ਹੈ, ਸ੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ, ਸੰਤ ਬਾਬਾ ਅਵਤਾਰ ਸਿੰਘ ਜੀ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਮਹਾਂਪੁਰਖ, ਤਾੜੀ ਸਾਹਿਬ ਅਸਥਾਨ ਦੀ ਸੇਵਾ। ਤਾਂ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਉੱਥੋਂ ਜਕਾਰਾ ਬੁਲਾ ਕੇ ਤਾੜੀ ਲਾ ਕੇ 3 ਵਾਰੀ ਤਾੜੀ ਮਾਰੀ ਮਹਾਰਾਜ ਸਾਹਿਬ ਜੀ ਨੇ। ਹਿੰਦ ਪੀਰ ਮੇਰ ਵੱਧ, ਵੀ ਉਹ ਹਿੰਦ ਦਾ ਪੀਰ ਕਹਿੰਦੇ ਸੀ ਨਾ, ਉਹਨਾਂ ਦੀ ਬੋਲੀ ਵਿੱਚ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ ਵੀ ਅਸੀਂ ਜਾ ਰਹੇ ਹਾਂ, ਵੀ ਜਿਹਦੇ 'ਚ ਹਿੰਮਤ ਹੈ ਤੇ ਫੜ ਲਓ ਸਾਨੂੰ। ਪਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਗੜੀ ਦੇ ਵਿੱਚ ਫਿਰ ਕਹਿਣ ਲੱਗੇ, ਸਿੰਘੋ ਤੁਸੀਂ ਬਚਨ ਕੀਤਾ ਤੇ ਸਾਡਾ ਵੀ ਹੁਣ ਬਚਨ ਹੈ ਵੀ ਸਾਡੇ ਨਾਲ ਪਹਿਲੋਂ ਵਡਿਆਈ ਦੇ ਦਿੱਤੀ ਆ, ਸਿੰਘਾਂ ਨੂੰ ਇਹ ਬਖਸ਼ਿਸ਼ ਕਰ ਦਿੱਤੀ ਪੰਜਾਂ ਨੂੰ। ਫਿਰ ਕਹਿਣ ਲੱਗੇ ਸਾਡੇ ਨਾਲ 3 ਸਿੰਘ ਜਾਣਗੇ, ਭਾਈ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਤੇ ਭਾਈ ਮਾਨ ਸਿੰਘ। ਇਹ 3 ਸਿੰਘ ਸਾਡੇ ਨਾਲੇ ਵੀ ਜਾਣਗੇ, ਅਸੀਂ ਇਕੱਲੇ ਨਹੀਂ ਜਾਵਾਂਗੇ। ਤੇ ਨਾਲੇ ਦੱਸ ਦਿੱਤਾ ਵੀ ਸਿੰਘੋ ਦੁਸ਼ਮਣ ਦੀ ਫੌਜ ਲੱਖਾਂ ਹੈ, ਰਾਤ ਸਮੇਂ ਆਪਾਂ ਜਾਣਾ ਹੈ, ਅੱਗੇ ਪਿੱਛੇ ਵੀ ਹੋ ਜਾਵਾਂਗੇ, ਤੇ ਤਾਰੇ ਦੀ ਸੇਧ ਰੱਖ ਕੇ ਮਾਛੀਵਾੜੇ ਦੇ ਜੰਗਲ 'ਚ ਇਕੱਠੇ ਹੋ ਜਾਵਾਂਗੇ, ਉਧਰ ਨੂੰ ਆ ਜਿਓ। ਇਹ ਬਚਨ ਕੀਤਾ ਗਰੀਬ ਨਵਾਜ ਸਾਹਿਬ ਜੀ ਨੇ, ਤਾਰੇ ਦੀ ਸੇਧ। ਤਾਂ ਫਿਰ ਜਾਣ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਜਿਹੜੇ ਅੰਦਰ ਰਹਿ ਗਏ, ਬਾਕੀ 2 ਸਿੰਘ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਜੀ,
ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਤੁਸੀਂ ਸਾਵਧਾਨ ਹੋ ਕੇ ਰਹਿੰਦੇ ਸਵਾਸਾਂ ਤੇ ਇੱਕ ਤੀਰ ਚਲਾਈ ਜਾਣੇ ਆ, ਇਹਨਾਂ ਦਾ ਮੁਕਾਬਲਾ ਕਰਨਾ। ਤੇ ਸਤਿਗੁਰੂ ਜੀ ਇੱਥੇ ਬਚਨ ਕਰ ਰਹੇ ਵੀ ਹਤਨ ਰਿਪਨ ਕੋ ਬਣ ਸਾਵਧਾਨ, ਦੁਸ਼ਮਣਾਂ ਨੂੰ ਮਾਰਨ ਵਾਸਤੇ ਸਾਵਧਾਨ ਹੋ ਜਾਓ। ਸਰਗਸ ਭਰੇ ਪਰੇ ਜੋ ਤੇ ਜਿਹੜੇ ਆ ਸਾਹਮਣੇ ਵੇਖ ਰਹੇ ਹੋ ਨਾ, ਪੱਥੇ ਭਰੇ ਹੋਏ ਆ ਤੀਰਾਂ ਦੇ ਨਾਲ। ਆਨੇ ਖੱਚਰ ਪਰਗਨ ਖਾਨ, ਸਤਿਗੁਰੂ ਕਹਿੰਦੇ ਵੀ ਖੱਚਰ ਉੱਤੇ ਲੱਦ ਕੇ ਲਿਆਂਦੇ ਸੀ ਆ ਤੀਰਾਂ ਦੇ ਪੱਥੇ, ਬਹੁਤੇ ਤੀਰ। ਇਹ ਵੇਖ ਲੋ, ਸਾਵਧਾਨ ਹੋ ਕਰਕੇ ਤੀਰ ਛੱਡਣੇ ਹਨ। ਬਰਖਾ ਕਰ ਪਚਾਰ ਮੂਰਨ, ਕਹਿੰਦੇ 4 ਚੁਫੇਰੇ ਵਰਖਾ ਹੀ ਕਰ ਦੋ ਤੀਰਾਂ ਦੀ, ਇਹਨਾਂ ਨਾਲ ਤੁਸੀਂ ਵਰਖਾ ਕਰ ਦੇਣੀ ਹੈ। ਮੁਰਚਾ ਬੰਦੀ ਮੈਂ ਕੁਰਕਾਨ, ਤੇ ਮੋਰਚਾਬੰਦੀ ਵਿੱਚ ਜਿਹੜੇ ਤੁਰਕ ਹਨ ਉਹਨਾਂ ਦੇ ਉੱਤੇ ਤੁਸੀਂ ਇੱਥੋਂ ਹੀ ਮੋਰਚੇ ਦੇ ਵਿੱਚੋਂ ਹੀ, ਭਾਵ ਗੜੀ ਦੇ ਵਿੱਚੋਂ ਹੀ ਵਰਖਾ ਕਰਨੀ ਹੈ। ਲੈ ਲੈ ਆਗਨਾ ਟਿਕੇ ਬੜੇ ਬਰਜੇ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਵੱਡੇ ਬਾਰ, ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸ੍ਰੇਸ਼ਟ ਕਹਾਉਂਦੇ ਨਾ, ਉਹ ਆਡਣ ਕਹੀਏ ਵੀ ਓਟਾਂ ਲੈ ਕੇ ਮੋਰਚਾਬੰਦੀ ਦੇ ਵਿੱਚ ਟਿਕੇ ਹੋਏ ਆ ਤੁਰਕ। ਜੋ ਦਿਸਹਿ ਤੋ ਦੀਸਤ ਸੋ ਕੀਜੈ ਨਾਮ, ਜਿਹੜਾ ਜਿਹੜਾ ਦਿਸ ਰਿਹਾ ਨਾ ਉਹਨੂੰ ਖਤਮ ਕਰੀ ਜਾਓ ਤੀਰ ਮਾਰ ਮਾਰ ਕੇ। ਅਰੇ ਰੋ ਕਰ ਮੈਂ ਤੁਮ ਦੋਨੋਂ, ਇਹ ਸਤਿਗੁਰੂ ਜੀ ਉਹਨਾਂ ਦੋਨਾਂ ਸਿੰਘਾਂ ਨੂੰ ਸਿੱਖਿਆ ਦੇ ਰਹੇ ਜਾਣ ਤੋਂ ਪਹਿਲਾਂ, ਭਾਈ ਸੰਤ ਸਿੰਘ ਜੀ ਨੂੰ, ਭਾਈ ਸੰਗਤ ਸਿੰਘ ਜੀ ਨੂੰ, ਵੀ ਤੁਸੀਂ ਅਖੀਰਲੇ ਸਵਾਸਾਂ 'ਚ ਕਿਤੇ ਗੜੀ ਵਿੱਚ ਇਹਨਾਂ ਦਾ ਮੁਕਾਬਲਾ ਕਰਨਾ, ਇਹਨਾਂ ਨਾਲ ਅੜ ਕੇ ਰਹਿਣਾ ਹੈ। ਹਮ ਨਿਕਸੈ ਸਭ ਕੇ ਬੀਚ ਸਮਾਨ, ਹਮ ਨਿਕਸੈ ਸਭ ਕੇ ਬਚਮਾਨ। ਅਸੀਂ ਮਹਾਰਾਜ ਕਹਿੰਦੇ ਤੁਹਾਡਾ ਸਾਰਿਆਂ ਦਾ ਬਚਨ ਮੰਨ ਕੇ ਭਾਈ ਹੁਣ ਇੱਥੋਂ ਨਿਕਲ ਚੱਲਦੇ ਹਾਂ। ਤਿੰਨੋਂ ਸਿੰਘ ਸੰਗ ਰਹਿ ਹਮਰੇ, ਤੇ 2 ਸਿੰਘ ਤੁਸੀਂ ਇੱਥੇ ਰਹੋਗੇ ਗੜੀ ਵਿੱਚ, ਤੇ 3 ਸਿੰਘ ਸਾਡੇ ਨਾਲ ਚੱਲਣਗੇ। ਦਇਆ ਸਿੰਘ ਇੱਕ ਬੁੱਧ ਮਹਾਨ, ਇੱਕ ਸਾਡੇ ਨਾਲ ਚੱਲਣਗੇ ਮਹਾਨ ਬੁੱਧੀਮਾਨ ਸਿੰਘ ਪਿਆਰੇ ਦਇਆ ਸਿੰਘ ਜੀ, ਮਹਾਨ ਸਿਆਣੇ। ਇਹ ਪਿਆਰੇ ਦਇਆ ਸਿੰਘ ਉਹ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੀਸ ਦਿੱਤਾ ਸੀ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਆਖਿਆ ਸੀ ਵੀ ਇੱਕ ਸਿਰ ਦੀ ਲੋੜ ਆ। 5 ਪਿਆਰਿਆਂ ਦੇ ਜਥੇਦਾਰ ਪਹਿਲਾਂ ਸੀਸ ਭੇਟ ਕਰਨ ਵਾਲੇ ਮਹਾਰਾਜ ਨੂੰ ਕਹਿੰਦੇ ਪਿਆਰੇ ਦਇਆ ਸਿੰਘ ਬੁੱਧੀਮਾਨ ਸਿੰਘ ਇੱਕ ਸਾਡੇ ਨਾਲ ਜਾਣਗੇ। ਇਨ ਕਰਨੇ ਹੈ ਕਾਰਜ ਤੇ ਇਸ ਪਿਆਰੇ ਦਇਆ ਸਿੰਘ ਜੀ ਨੇ ਅੱਗੇ ਜਾ ਕੇ ਕਈ ਕਾਰਜ ਕਰਨੇ ਹਨ। ਸਤਿਗੁਰੂ ਅੰਤਰਜਾਮੀ ਜਾਣਦੇ ਅਗਲੇ ਸਮੇਂ ਨੂੰ, ਕਹਿੰਦੇ ਇਹ ਦਇਆ ਸਿੰਘ ਤੋਂ ਅਸੀਂ ਹੋਰ ਕਾਰਜ ਲੈਣੇ ਆਉਣ ਵਾਲੇ ਸਮੇਂ 'ਚ। ਦੇਸ਼ ਵਿਦੇਸ਼ਨ ਮੈਂ ਜਨ ਜਾਨ, ਇਹ ਪਿਆਰੇ ਦਇਆ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਣਾ ਹੈ। ਮਹਾਰਾਜ ਕਹਿੰਦੇ ਅਸੀਂ ਇਸ ਪਿਆਰੇ ਦਇਆ ਸਿੰਘ ਨੂੰ ਔਰੰਗਜ਼ੇਬ ਦੇ ਕੋਲੇ ਵੀ ਭੇਜਣਾ, ਜਿਹਨੂੰ 9 ਰੰਗ ਕਹਿੰਦੇ ਆ ਨਾ। ਤੇ ਜਦੋਂ ਇਹ ਪਿਆਰੇ ਦਇਆ ਸਿੰਘ ਉਹਦੇ ਕੋਲੇ ਜਾਊਗਾ ਨਾ, ਨਰੰਗੇ ਦੇ ਕੋਲੇ, ਉਹ 9 ਰੰਗ ਵਾਲੇ ਦਾ ਇੱਕ ਰੰਗ ਵੀ ਨਹੀਂ ਰਹਿਣਾ, ਫਿਰ ਸਾਰੇ ਰੰਗ ਉੱਡ ਜਾਣੇ। ਮਹਾਰਾਜ ਦਰਸਾ ਰਹੇ ਆ ਵੀ ਜਦੋਂ ਦੀਨੇ ਕਾਂਗੜ ਜਾ ਕੇ ਜਫਰਨਾਮਾ ਲਿਖਾਂਗੇ ਨਾ, ਤੇ ਜਫਰਨਾਮਾ ਫਿਰ ਪਿਆਰੇ ਦਇਆ ਸਿੰਘ ਨੂੰ ਦੇ ਕੇ ਭੇਜਾਂਗੇ ਨਰੰਗਾਬਾਦ, ਤੇ ਉੱਥੇ ਫਿਰ ਔਰੰਗੇ ਨੂੰ ਜਾ ਕੇ ਜਦੋਂ ਦੇਵੇਗਾ ਤੇ ਉਹਦੇ ਸਾਰੇ ਰੰਗ ਉੱਡਣਗੇ। ਇਸ ਪਿਆਰੇ ਦਇਆ ਸਿੰਘ ਨੂੰ ਅਸੀਂ ਭੇਜ ਕਰਕੇ ਔਰੰਗਜ਼ੇਬ ਦੇ ਕੋਲੇ, ਤੇ ਔਰੰਗਜ਼ੇਬ ਨੂੰ ਖਤਮ ਕਰਾਂਗੇ। ਫਿਰ ਦੂਸਰਾ ਸਿੰਘ ਸਾਡੇ ਨਾਲ ਭਾਈ ਮਾਨ ਸਿੰਘ ਚੱਲੇ, ਵੱਡਾ ਸੂਰਬੀਰ, ਤੇ ਤੀਸਰਾ ਪਿਆਰੇ ਧਰਮ ਸਿੰਘ ਜੀ ਚੱਲਣ। ਇਸ ਤਰ੍ਹਾਂ ਕਹਿ ਕਰਕੇ ਹਿਰਦੇ ਵਿੱਚ ਆਨੰਦ ਧਾਰਨ ਕਰਕੇ ਦੂਰ ਦੂਰ ਤੀਕ ਜੰਗ ਜਿਹੜਾ ਹੋਇਆ ਸੀ, ਤੇ ਕਹਿੰਦੇ ਵੀ ਹਜ਼ਾਰਾਂ ਹੀ ਮਰੇ ਪਏ ਤੇ ਕਈ ਜ਼ਖਮੀ ਪੁਕਾਰਾਂ ਕਰ ਰਹੇ ਹਨ। ਰਾਤ ਦਾ ਸਮਾਂ ਕਈ ਹਜ਼ਾਰਾਂ ਹੀ ਰਾਤ ਨੂੰ ਪਹਿਰਾ ਦੇ ਰਹੇ ਹਨ। ਗੜੀ ਦੇ 4 ਚੁਫੇਰੇ ਵਿਚਰਦੇ ਆ ਤੇ ਨਗਾਰੇ ਖੜਕਾਈ ਜਾਂਦੇ, ਧੌਂਸੇ ਧੁੰਕਾਰੀ ਜਾਂਦੇ ਆ। ਕਈ ਹਜ਼ਾਰਾਂ ਹੀ ਹੱਲਾ ਕਰ ਉਮੜ ਕੇ ਉਛਲ ਕੇ ਹੱਲਾ ਕਰਨ ਨੂੰ ਆਏ ਅੱਗੇ। ਕਹਿੰਦੇ ਵੀ ਜਿਵੇਂ ਚੰਦਰਮਾ ਦੇ ਦੁਆਲੇ ਤਾਰਿਆਂ ਦਾ ਪਰਿਵਾਰ ਹੁੰਦਾ ਹੈ, ਇਸ ਤਰ੍ਹਾਂ ਗੜੀ ਦੇ ਦੁਆਲੇ ਆਏ। ਤੇ ਕਹਿੰਦੇ ਹਨੇਰੇ ਦੇ ਵਿੱਚ ਜਿਵੇਂ ਉਦਤ ਨਿਸਾਕਰ, ਨਿਸਾਕਰ ਕਹਿੰਦੇ ਆ ਚੰਦਰਮਾ ਨੂੰ,
ਵੀ ਚੰਦਰਮਾ ਉਦੇ ਹੋਇਆ ਭਾ ਪੂਰਨਮਾਸ਼ੀ ਦੀ ਰਾਤ ਹੈ ਸੀ ਤੇਰੀ ਚਾਨਣੀ ਚੌਦ ਸੰਜਾਰ ਤੇ ਚਾਨਣੀ ਖਿੜੀ ਹੋਈ ਸੀ, ਕਿਉਂਕਿ ਕੱਲ ਹੀ ਪੁੰਨਿਆ ਲੰਘੀ ਹੈ ਨਾ ਪੂਰਨਮਾਸ਼ੀ, ਉਦੋਂ ਵੀ ਪੁੰਨਿਆ ਦੀ ਰਾਤ ਹੀ ਸੀ, ਜ਼ਿਕਰ ਆ ਗਿਆ ਵਿੱਚ। ਕਹਿੰਦੇ ਵੀ ਪੂਰਨਮਾਸ਼ੀ ਦੀ ਰਾਤ ਸੀ, ਇਸ ਕਰਕੇ ਚਾਨਣੀ ਖਿੜੀ ਹੋਈ ਸੀ, ਚਾਰ ਸਵੇਰੇ ਚਾਨਣ ਹੋ ਰਿਹਾ ਸੀ ਰਾਤ ਨੂੰ। ਕਰਿਓ ਅਲੋਕਨ ਜਿਤ ਕਿਤ ਲਸ਼ਕਰ ਤੇ ਜਿੱਧਰ ਕਿੱਧਰ ਨਿਗਾਹ ਮਾਰ ਕੇ ਵੇਖਿਆ ਤੇ ਫੌਜ ਹੀ ਫੌਜ ਦਿਸਦੀ ਹੈ, ਗੜੀ ਦੇ ਚਫੇਰੇ। ਫੈਲ ਪਰੇ ਹੋ ਜਨ ਪਾਰ ਕਵੀ ਜੀ ਕਹਿੰਦੇ ਆ ਕਿ ਇਸ ਤਰ੍ਹਾਂ ਲਸ਼ਕਰ ਫੈਲਿਆ ਹੋਇਆ, ਜਾਣੀ ਕਿ ਸਮੁੰਦਰ ਜਿਵੇਂ ਚਾਰ ਚਫੇਰੇ ਠਾਠਾਂ ਮਾਰਦਾ ਹੈ। ਤੁਖਤ ਪਲੀਤੇ ਬਰਵਾਲਾ ਤਨ ਤੇ ਜਿਹੜੇ ਪਲੀਤੇ ਧੁਖ ਰਹੇ ਉਹ ਜਾਣੋ ਕਿ ਜਿਵੇਂ ਸਮੁੰਦਰ ਵਿੱਚ ਅੱਗ ਬਲਦੀ, ਜਿਹੜੀ ਉਹਨੂੰ ਬੜਵਾ ਅਗਨੀ ਕਹਿੰਦੇ, ਉਹ ਬੜਵਾ ਅਗਨੀ ਦੀਆਂ ਜਾਣੋ ਲਾਟਾਂ ਨਿਕਲ ਰਹੀਆਂ ਹਨ। ਬਾਜੀ ਨੰਗਲ ਕਿਨੇ ਜੇ ਮਾਲ ਤੇ ਬਾਜੀ ਨਾਮ ਘੋੜਿਆਂ ਦਾ, ਕਿ ਘੋੜੇ ਜਿਹੜੇ ਆ ਇਸ ਸਮੁੰਦਰ ਦੇ ਜਾਣੋ ਨੱਕਰ ਨਾਮ ਮਗਰਮੱਛ ਦਾ, ਵੀ ਇਹ ਜਾਣੋ ਇਸ ਸਮੁੰਦਰ ਵਿੱਚ ਮਗਰਮੱਛ ਵਾ ਘੋੜੇ। ਤੇ ਜਿਹੜੇ ਨੇਜੇ ਆ ਉਹ ਮਾਰ ਨਾਮ ਸੱਪਾਂ ਦਾ, ਉਹ ਜਾਣੀ ਕਿ ਸੱਪ ਹਨ। ਗਿਰ ਮੈਂ ਨਾਗ ਦੁਰਗ ਸਮਲਖਿਅਤ ਤੇ ਸਮੁੰਦਰ ਵਿੱਚ ਇੱਕ ਪਹਾੜ ਆ ਮੈਨਾਕ ਨਾਮ ਦਾ, ਕਹਿੰਦੇ ਜਿਹੜਾ ਇਹ ਕਿਲਾ ਜਾਣੋ ਕਿ ਫੌਜ ਰੂਪੀ ਸਮੁੰਦਰ ਦੇ ਵਿੱਚ ਇਹ ਗੜੀ ਰੂਪੀ ਜਿਹੜਾ ਇਹ ਮੈਨਾਕ ਪਰਬਤ ਹੈ, ਪਹਾੜ ਹੈ। ਐਮ ਸਤਿਗੁਰ ਕਿਉ ਜੋਰ ਨਿਹਾਰ ਇਸ ਤਰ੍ਹਾਂ ਸਤਿਗੁਰੂ ਜੀ ਨੇ ਗੜੀ ਵਿੱਚੋਂ ਚਾਰ ਚਫੇਰੇ ਵੇਖਿਆ ਹੈ। ਪੰਜੋ ਮੈਂ ਕਰ ਕੀ ਕਹਿ ਕੀਨਸ ਹੁਣ ਕਹਿੰਦੇ ਵੀ ਇਹ ਨਿਰਣਾ ਸੁਣੋ ਵੀ ਸੰਸਾਰ ਵਿੱਚ ਇੱਕ ਦੁਬਿਧਾ ਚੱਲਦੀ ਸਿੱਖ ਜਗਤ ਵਿੱਚ, ਵੀ ਪੰਜਾਂ ਵਿੱਚੋਂ ਕਲਗੀ ਕਿਸ ਨੂੰ ਦਿੱਤੀ ਹੈ। ਸੋਦਰ ਨੇ ਸੁਣਿਏ ਮਨ ਲਾਏ ਕਵੀ ਜੀ ਕਹਿੰਦੇ ਮਨ ਲਾ ਕੇ ਸੁਣਿਓ, ਨਿਰਣਾ ਕਰਕੇ ਦੱਸਦਾ ਹਾਂ। ਸੰਤ ਸਿੰਘ ਖਤਰੇ ਸਿੱਖ ਸੁਖ ਮਤ ਕਹਿੰਦੇ ਵੀ ਭਾਈ ਸੰਤ ਸਿੰਘ ਜੀ ਖੱਤਰੀ ਬਰਾਦਰੀ ਵਿੱਚੋਂ ਗੁਰੂ ਕੇ ਸਿੰਘ, ਦੱਸਣਾ ਪੈਂਦਾ ਪਿਛਲੀ ਬਰਾਦਰੀ ਉਂਝ ਅੰਮ੍ਰਿਤ ਛਕ ਕੇ ਫਿਰ ਕੋਈ ਬਰਾਦਰੀ ਨਹੀਂ ਰਹਿ ਜਾਂਦੀ ਹੈ। ਸਿੱਖ ਗੁਰੂ ਕਾ ਜਿਹੜਾ ਸ੍ਰੇਸ਼ਟ ਮਤ ਵਾਲਾ ਹੈ। ਥਾਪਿਓ ਪੰਜੋ ਮੈਂ ਵਡਿਆਏ ਕਹਿੰਦੇ ਪੰਜਾਂ ਵਿੱਚੋਂ ਪਿਆਰੇ ਭਾਈ ਸੰਤ ਸਿੰਘ ਜੀ ਨੂੰ ਥਾਪਿਆ ਮਹਾਰਾਜ ਨੇ, ਤੇ ਭਾਈ ਸੰਤ ਸਿੰਘ ਜੀ ਦੇ ਸੀਸ ਉੱਤੇ ਮਹਾਰਾਜ ਨੇ ਕਲਗੀ ਜਿਗਾ ਸਜਾਈ ਹੈ। ਜਸ ਕੋ ਵਰਤਾ ਹਰਮਨ ਕੀਨਸ ਇਸ ਤਰ੍ਹਾਂ ਮਹਾਰਾਜ ਨੇ ਇਹ ਕਲਗੀ ਤਾਂ ਭਾਈ ਸੰਤ ਸਿੰਘ ਜੀ ਨੂੰ ਹੀ ਦਿੱਤੀ ਹੈ, ਤੇ ਪੰਜਾਂ ਨੂੰ ਹੀ ਗੁਰਿਆਈ ਬਖਸ਼ਿਸ਼ ਕੀਤੀ ਹੈ। ਪ੍ਰਥਮ ਖਾਲਸੇ ਮੈਂ ਜਨ ਪਾਏ ਕਹਿੰਦੇ ਖਾਲਸੇ ਦੇ ਵਿੱਚ ਭਾਈ ਸੰਤ ਸਿੰਘ ਜੀ ਨੇ ਕਲਗੀ ਪ੍ਰਾਪਤ ਕੀਤੀ ਹੈ। ਸ਼ਸਤਰ ਬੰਧਾਏ ਬਿਠਾਏ ਅਟਾਰੀ ਸ਼ਸਤਰ ਮਹਾਰਾਜ ਨੇ ਬੰਧਾ ਕਰਕੇ ਉੱਪਰ ਅਟਾਰੀ ਵਿੱਚ ਜਿੱਥੇ ਸਤਿਗੁਰੂ ਜੀ ਬੈਠਦੇ ਸੀ ਨਾ, ਤੀਰ ਚਲਾਉਂਦੇ ਸੀ, ਉਸ ਰਾਤ ਫਿਰ ਭਾਈ ਸੰਤ ਸਿੰਘ ਜੀ ਨੂੰ ਉੱਤੇ ਬਿਠਾ ਦਿੱਤਾ ਹੈ। ਗੁਰੂ ਫਤਿਹ ਬੋਲੇ ਹਲਖਾਏ ਸਤਿਗੁਰੂ ਜੀ ਨੇ ਪ੍ਰਸੰਨ ਹੋ ਕਰਕੇ ਫਤਿਹ ਬੁਲਾਈ ਹੈ ਭਾਈ ਸੰਤ ਸਿੰਘ ਜੀ ਨੂੰ, ਜਦੋਂ ਉੱਤੇ ਬਿਠਾਇਆ ਵੀ ਸਾਡੀ ਥਾਂ ਤੇ ਬੈਠ ਜਾਓ ਤੁਸੀਂ ਜਾ ਕੇ, ਵੀ ਉਹਨਾਂ ਨੂੰ ਭੁਲੇਖਾ ਪਵੇ ਵੀ ਉਹ ਕਲਗੀ ਵਾਲਾ ਬੈਠਾ। ਮਹਾਰਾਜ ਨੇ ਉੱਥੇ ਬਿਠਾ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੜੀ ਚਲੋ ਲੈ ਨਾਲ। ਕਿਤਕ ਕਹਿਤ ਸੰਗਤ ਸਿੰਘ ਬਖਸ਼ੀ ਕਈ ਕਹਿੰਦੇ ਹਨ, ਦੂਸਰੀ ਵਿਚਾਰ ਦੱਸ ਰਹੇ ਕਵੀ ਜੀ, ਵੀ ਕਈ ਕਹਿੰਦੇ ਆ ਵੀ ਜੋ ਬੰਗਸੀ ਸੀ ਭਾਈ ਸੰਗਤ ਸਿੰਘ ਜੀ, ਬੰਗਸ ਦੇਸ਼ ਦੇਖੇ ਤੇ ਆਏ ਵੀ ਉਹ ਬੰਗਸ ਦੇਸ਼ ਦੇ ਵਿੱਚੋਂ ਆਏ ਹੋਏ ਸਨ ਭਾਈ ਸੰਗਤ ਸਿੰਘ ਜੀ। ਜਸ ਕੋ ਕਰੋ ਸਦਾਪ ਸਸ਼ ਤੇ ਸਛਿਨ ਵੀ ਉਸ ਸਮੇਂ ਕਲਗੀਧਰ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਜੀ ਨੂੰ ਸਥਾਪਨ ਕੀਤਾ ਹੈ, ਗੁਰਕਾ ਦੇ ਜਗਾ ਪਹਿਰਾਏ ਵੀ ਉਹਨਾਂ ਨੂੰ ਕਲਗੀ ਦਿੱਤੀ, ਉਹਨਾਂ ਨੂੰ ਗੁਰਿਆਈ ਦਿੱਤੀ ਹੈ, ਉਹਨਾਂ ਨੂੰ ਜਗ੍ਹਾ ਪਹਿਰਾਈ ਹੈ। ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ ਪਰ ਕਹਿੰਦੇ ਹਨ ਵੀ ਭਾਵੇਂ ਸੰਤ ਸਿੰਘ ਨੂੰ ਦਿੱਤੀ ਆ ਤੇ ਭਾਵੇਂ ਸੰਗਤ ਸਿੰਘ ਨੂੰ ਦਿੱਤੀ ਆ, ਦਿੱਤੀ ਤੇ ਪੰਜਾਂ ਦੀ ਪਰਿਕਰਮਾ ਕੀਤੀ ਤੇ ਪੰਜਾਂ ਚੋਂ ਇੱਕ ਨੂੰ ਹੀ ਦੇਣੀ ਸੀ ਨਾ। ਇਸ ਕਰਕੇ ਭਾਵੇਂ ਸੰਤ ਸਿੰਘ ਨੂੰ ਦਿੱਤੀ ਆ, ਕਵੀ ਜੀ ਨੇ ਤੇ ਆਖਿਆ ਸੰਤ ਸਿੰਘ ਨੂੰ ਦਿੱਤੀ ਆ ਪਹਿਲਾਂ, ਤੇ ਕਹਿੰਦੇ ਪਰ ਇਹ ਵਿਚਾਰ ਚੱਲਦੀ ਸਾਡੇ ਸਿੱਖ ਧਰਮ ਦੇ ਵਿੱਚ, ਵਿਦਵਾਨਾਂ ਦੇ ਵਿੱਚ, ਕਈ ਕਹਿੰਦੇ ਸੰਗਤ ਸਿੰਘ ਜੀ ਨੂੰ ਕਲਗੀ ਦਿੱਤੀ ਆ ਤੇ ਕਈ ਕਹਿੰਦੇ ਸੰਤ ਸਿੰਘ ਜੀ ਨੂੰ ਦਿੱਤੀ ਆ। ਤੇ ਆ ਹੁਣ ਇੱਕ ਤੀਜਾ ਵੀ ਕੰਮ ਚੱਲ ਪਿਆ, ਕਈ ਇਹ ਵੀ ਕਹਿੰਦੇ ਭਾਈ ਜੀਵਨ ਸਿੰਘ ਨੂੰ ਦਿੱਤੀ ਹੈ। ਹਾਲਾਂਕਿ ਇਸ ਇਤਿਹਾਸ ਵਿੱਚ ਆ ਗਿਆ ਭਾਈ ਜੀਵਨ ਸਿੰਘ ਜੀ ਸਰਸਾ ਦੇ ਘਾਟ ਤੇ ਸ਼ਹੀਦੀ ਪਾ ਗਏ। ਤੇ ਕਵੀ ਜੀ ਕਹਿੰਦੇ ਆ ਵੀ ਕਈ ਗੁਰਮੁਖ ਇਹ ਵੀ ਕਹਿੰਦੇ ਆ ਵੀ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦਿੱਤੀ ਹੈ। ਤਨ ਮੈਂ ਦੋਨੋਂ ਤਨ ਮੈਂ ਕੋ ਤਤੁ ਬਨਾਏ ਤੇ ਕਵੀ ਜੀ ਦੀ ਵਿਚਾਰ ਇਹ ਆ, ਕਹਿੰਦੇ ਵੀ ਭਾਵੇਂ ਸੰਤ ਸਿੰਘ ਨੂੰ ਦਿੱਤੀ ਭਾਵੇਂ ਸੰਗਤ ਸਿੰਘ ਨੂੰ ਦਿੱਤੀ, ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ ਹੈ ਤੇ ਦੋਵੇਂ ਗੁਰਮੁਖ ਸਤਿਗੁਰੂ ਗੋਬਿੰਦ ਸਿੰਘ ਦੇ ਸਿੰਘ ਹੀ ਆ ਨਾ। ਦੇਣੀ ਤੇ ਇੱਕ ਨੂੰ ਹੀ ਸੀ ਨਾ ਕਲਗੀ,
ਤੇ ਦੋਵੇਂ ਸਿੰਘ ਮਹਾਰਾਜ ਸਾਹਿਬ ਜੀ ਦੇ ਆ ਤੇ ਦੋਨਾਂ ਨੂੰ ਕਹਿੰਦੇ ਵੀ ਤਿੰਨ ਮੈਂ ਕੋਉ ਥਪਿਓ ਬਣਾਏ, ਦੋਵਾਂ ਚੋਂ ਭਾਵੇਂ ਕਿਸੇ ਨੂੰ ਮਹਾਰਾਜ ਨੇ ਸਥਾਪਨ ਕਰ ਦਿੱਤਾ ਹੈ। ਇਸ ਪਰ ਬਾਤ ਨਹੀਂ ਕੁਛ ਕਰਨੋ। ਕਹਿੰਦੇ ਭਾਈ ਇਸ ਗੱਲ ਦੇ ਉੱਤੇ ਝਗੜਾ ਨਹੀਂ ਕਰਨਾ ਚਾਹੀਦਾ, ਇਹਦੇ ਤੇ ਝਗੜਾ ਕਾਹਦਾ ਕਰਨਾ। ਭਾਵੇਂ ਸੰਤ ਸਿੰਘ ਨੂੰ ਮਿਲ ਗਈ, ਭਾਵੇਂ ਸੰਗਤ ਸਿੰਘ ਨੂੰ ਮਿਲ ਗਈ, ਦੋਨਾਂ ਨੇ ਆਖਰੀ ਸਵਾਸਾਂ 'ਚ ਇੱਕ ਸਿੱਖੀ ਨਿਭਾਈ ਤੇ ਉੱਥੇ ਲੜ ਕੇ 9 ਪੋਹ ਵਾਲੇ ਦਿਨ ਇਹਨਾਂ ਸ਼ਹੀਦੀ ਪ੍ਰਾਪਤ ਕੀਤੀ। ਅਗਲੇ ਦਿਨ ਦੋਨੋਂ ਮਿਲਿਓ ਚਰਨ ਮਿਲਾਏ। ਕਵੀ ਜੀ ਕਹਿੰਦੇ ਮੇਰੀ ਤੇ ਸਲਾਹ ਤੁਹਾਨੂੰ ਇਹ ਆ, ਬੇਨਤੀ ਇਹ ਆ ਵੀ ਦੋਨਾਂ ਦੇ ਹੀ ਚਰਨ ਮਨਾ ਲਓ। ਦੋਵੇਂ ਹੀ ਗੁਰੂ ਗੋਬਿੰਦ ਸਿੰਘ ਦਾ ਰੂਪ ਆ, ਦੋਵੇਂ ਹੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਵਾ। ਇਸ ਗੱਲ ਤੇ ਝਗੜਾ ਨਾ ਕਰੋ ਵੀ ਕਲਗੀ ਕਿਹਨੂੰ ਮਿਲੀ ਆ। ਪੰਜਾਂ ਸਿੰਘਾਂ ਨੂੰ ਵਡਿਆਈ ਮਹਾਰਾਜ ਨੇ ਦਿੱਤੀ ਆ ਤੇ ਇਹ ਦੋਵੇਂ ਹੀ ਸਿੰਘ ਮਹਾਰਾਜ ਦੇ ਪਿਆਰੇ ਸਿੰਘ ਵਾ, ਉਹਨਾਂ ਪੰਜਾਂ ਦੇ ਵਿੱਚੋਂ ਹੀ। ਤੇ ਦੋਵਾਂ ਦੇ ਹੀ ਚਰਨ ਮਨਾ ਲਓ ਤੇ ਦੋਵਾਂ ਦੇ ਚਰਨਾਂ ਤੇ ਨਮਸਕਾਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਸਮਰਪਿਤ ਕਰ ਦਿੱਤਾ। ਇਸ ਕਰਕੇ ਥੋੜ੍ਹੀ ਜਿਹੀ ਬੇਨਤੀ ਕੀਤੀ ਵੀ ਇੱਥੋਂ ਤੀਕ ਪ੍ਰਸੰਗ ਚਲੇ ਜਾਵੇ, ਕਲਗੀ ਦਾ ਨਿਰਣਾ ਹੋ ਜਾਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਗਰੀਬ ਨਵਾਜ਼ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ। ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ, ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ। ਸਾਰਾ ਯਾਰ ਗੁਰ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੇ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।